ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ। ਮੈਂ ਹਾਂ ਯਾਦਵਿੰਦਰ ਸਿੰਘ। ਲਗਾਤਾਰ ਚਰਚਾ ਹੁੰਦੀ ਹੈ ਕਿ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਲੱਗਣਗੇ। ਚਰਚਾ ਪਹਿਲਾਂ ਵੀ ਚੱਲੀ ਸੀ। ਕੈਪਟਨ ਸਰਕਾਰ ਨੇ ਕਿਹਾ ਕਿ ਨਹੀਂ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਬਿਜਲੀ ਦੇ ਬਿੱਲ ਲੱਗਣ ਜਾ ਰਹੇ ਨੇ, ਅਸੀਂ ਡਟ ਕੇ ਵਿਰੋਧ ਕਰਾਂਗੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਇਹ ਸ਼ੁਰੂ ਹੋਏ ਸੀ। ਉਸ ਤੋਂ ਬਾਅਦ ਲਗਾਤਾਰ ਸਿਆਸਤ ਹੁੰਦੀ ਰਹੀ। ਚਰਚਾ ਪਰ ਸਭ ਤੋਂ ਵੱਡੀ ਹੈ ਕਿ ਜੋ ਬਿਜਲੀ ਬਿੱਲ 2003 ਸੀ, ਜਿਹਦੀ ਸੋਧ ਹੋਏਗੀ, ਬਿਜਲੀ ਬਿੱਲ 2000 ਬਣੇਗਾ ਜਿਹੜਾ, ਉਹਦੇ ਜ਼ਰੀਏ ਕੇਂਦਰ ਸਰਕਾਰ ਕੁਝ ਫੈਸਲੇ ਲੈਣ ਜਾ ਰਹੀ ਹੈ। ਇਹਨੂੰ ਲੈ ਕੇ ਚਰਚਾ ਤੇ ਮੋਟਰਾਂ ਦੇ ਉੱਤੇ ਬਿੱਲ ਲੱਗਣਗੇ, ਪਰ ਨਾਲ ਦੀ ਨਾਲ ਹੀ ਸਬਸਿਡੀ ਦਿੱਤੀ ਜਾਏਗੀ। ਅਸੀਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਸਮਝਾਉਂਦੇ ਹਾਂ। ਸਾਡੇ ਨਾਲ ਗੈਸਟ ਦਾ ਪੈਨਲ ਆ। ਸਾਡੇ ਨਾਲ ਕਾਂਗਰਸ ਪਾਰਟੀ ਤੋਂ MLA ਫਤਿਹ ਜੰਗ ਸਿੰਘ ਬਾਜਵਾ ਨੇ, ਸਾਡੇ ਨਾਲ BKU ਡਕੌਂਦਾ ਤੋਂ ਜਗਮੋਹਨ ਸਿੰਘ ਨੇ, ਸਾਡੇ ਨਾਲ BJP ਤੋਂ ਭਾਰਤੀ ਜੋ ਉਹਨਾਂ ਦਾ ਕਿਸਾਨ ਸੈੱਲ ਆ, BJP ਦਾ ਕਿਸਾਨ ਮੋਰਚਾ, ਉਹਦੇ ਪ੍ਰਧਾਨ ਨੇ ਬਲਦੇਵ ਚੀਮਾ ਜੀ। ਅਸੀਂ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਮਝਾਉਂਦੇ ਹਾਂ ਕਿ ਕਹਾਣੀ ਕੀ ਹੈ, ਕਿਉਂ ਕਿਸਾਨਾਂ 'ਚ ਖਦਸ਼ਾ ਔਰ ਕਿਸਾਨ ਕਿਸ ਗੱਲ ਦਾ ਵਿਰੋਧ ਕਰ ਰਹੇ ਨੇ। ਬਿਜਲੀ ਬਿੱਲ 2020 ਕੀ ਹੈਗਾ, ਖੇਤੀ ਮੋਟਰਾਂ ਦੇ ਉੱਤੇ ਜੋ ਕਿਸਾਨਾਂ ਨੂੰ ਖੁਦ ਬਿੱਲ ਭਰਨੇ ਪੈਣਗੇ। ਇਸ ਤੋਂ ਪਹਿਲਾਂ ਸਰਕਾਰ ਸਾਰਾ ਕੁਝ ਕਰਦੀ ਹੈ, ਯਾਨੀ ਬਿੱਲ ਹੀ ਨਹੀਂ ਆਉਂਦੇ। ਸਰਕਾਰ ਸਬਸਿਡੀ ਸਿੱਧੇ ਖਾਤੇ 'ਚ ਪਾਏਗੀ, ਇਹ ਇੱਕ ਕਿਹਾ ਜਾ ਰਿਹਾ। ਸਬਸਿਡੀ ਲੇਟ ਹੋਣ ਤੇ ਕਨੈਕਸ਼ਨ ਨਾ ਕੱਟਣ ਦਾ ਦਾਵਾ, ਹਾਲਾਂਕਿ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਕਨੈਕਸ਼ਨ ਕੱਟ ਦਿੱਤਾ ਜਾਏਗਾ। ਪਾਵਰਕਾਮ ਇਹ ਕਹਿ ਰਹੀ ਹੈ, ਪਰ ਸੈਂਟਰ ਦਾ ਬਿੱਲ ਕਹਿੰਦਾ ਕਿ ਨਹੀਂ ਕੱਟਿਆ ਜਾਏਗਾ, ਜਿਹੜਾ ਬਿੱਲ ਆਉਣਾ ਅਜੇ ਉਹਦੇ ਬਾਰੇ ਚਰਚਾ ਇਹ ਆ। ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਚੋਣ ਕੇਂਦਰ ਕਰੇਗਾ। ਇਹਨੂੰ ਫੈਡਰਲ ਸਟਰਕਚਰ ਤੇ ਅਟੈਕ ਮੰਨਿਆ ਜਾ ਰਿਹਾ ਕਿ ਇਹ ਸੰਘੀ ਢਾਂਚੇ ਤੇ ਇੱਕ ਹਮਲਾ ਕੇਂਦਰ ਦਾ। ਕੇਂਦਰ ਪੱਧਰ ਤੇ ਸਾਂਝੀ ਚੋਣ ਕਮੇਟੀ ਬਣਾਈ ਜਾਏਗੀ। ਕੇਂਦਰ ਸਰਕਾਰ ਦੇ ਵੱਲੋਂ ਚੋਣ ਕਮੇਟੀ ਦਾ ਗਠਨ ਹੋਏਗਾ। ਪਹਿਲਾਂ ਹਰ ਸੂਬੇ 'ਚ ਚੋਣ ਕਮੇਟੀ ਹੁੰਦੀ ਸੀ। ਚੋਣ ਕਮੇਟੀ ਦੀ ਅਗਵਾਈ 'ਚ ਜਿਹੜਾ SC ਦਾ ਮੌਜੂਦਾ ਜੱਜ, ਸੁਪਰੀਮ ਕੋਰਟ ਦਾ ਮੌਜੂਦਾ ਜੱਜ, ਨਵੀਂ ਇਲੈਕਟ੍ਰਿਸਿਟੀ ਕੰਟਰੈਕਟ ਐਨਫੋਰਸਮੈਂਟ ਅਥਾਰਟੀ ਦਾ ਗਠਨ ਹੋਏਗਾ। ਸਾਰੇ ਕਾਸੇ ਨੂੰ ਮੰਨਿਆ ਜਾ ਰਿਹਾ ਕਿ ਇੰਡੀਆ ਇੱਕ ਫੈਡਰਲ ਢਾਂਚੇ ਦੇ ਉੱਤੇ ਹਮਲਾ। ਇਹ ਵਿਵਾਦ ਹੋਣ ਤੇ ਨਿੱਜੀ ਬਿਜਲੀ ਕੰਪਨੀਆਂ ਵੱਲੋਂ ਅਥਾਰਟੀ ਦਾ ਰੁਖ ਕਰ ਸਕਣਗੀਆਂ, ਯਾਨੀ ਜਿਹੜੇ ਨਿੱਜੀ ਥਰਮਲ ਨੇ ਇੱਥੇ, ਉਹ ਥਰਮਲਾਂ ਵਾਲੇ ਜਾ ਸਕਣਗੇ ਉਸ ਅਥਾਰਟੀ ਦੇ ਕੋਲੇ। ਹਾਈਡਰੋ ਪ੍ਰੋਜੈਕਟਾਂ ਤੇ ਘੱਟੋ ਘੱਟ 1% ਬਿਜਲੀ ਖਰੀਦਣਾ ਲਾਜ਼ਮੀ ਹੋਏਗਾ। ਇਹ ਚੀਜ਼ਾਂ ਨੇ। ਸਾਡੇ ਨਾਲ ਪੈਨਲ ਜੁੜ ਚੁੱਕਿਆ। ਸਾਡੇ ਕੋਲ ਅੱਜ ਪਹਿਲੇ ਹਿੱਸੇ 'ਚ ਅਸੀਂ ਇਹਦੇ ਚਰਚਾ ਕਰਾਂਗੇ। ਦੂਜੇ ਹਿੱਸੇ 'ਚ ਫੌਜ ਦੇ ਵੱਡੇ ਜਨਰਲ ਦੇ ਅਹੁਦੇ ਤੇ ਰਹੇ, ਵੱਡੇ ਅਫਸਰ ਰਹੇ JJ ਸਿੰਘ ਸਾਡੇ ਨਾਲ ਹੋਣਗੇ। ਪਰ ਅਸੀਂ ਚਰਚਾ ਸ਼ੁਰੂ ਕਰਦੇ ਹਾਂ। ਸਾਡੇ ਨਾਲ ਜਗਮੋਹਨ ਸਿੰਘ ਜੀ ਨੇ BKU ਡਕੌਂਦਾ ਤੋਂ, ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦਾ ਜੋ ਕਿਸਾਨ ਮੋਰਚਾ ਤੋਂ ਬਲਦੇਵ ਚੀਮਾ ਨੇ, ਤੇ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਫਤਿਹ ਜੰਗ ਬਾਜਵਾ ਨੇ। ਸਭ ਤੋਂ ਪਹਿਲਾ ਸਵਾਲ ਸਿੱਧੇ ਤੌਰ ਦੇ ਉੱਤੇ BKU ਨੂੰ। ਜਗਮੋਹਨ ਜੀ, ਤੁਹਾਨੂੰ ਕਿਉਂ ਲੱਗਦਾ ਗਾ, ਲਗਾਤਾਰ ਕਿਸਾਨ ਯੂਨੀਅਨ ਦੀਆਂ ਸਟੇਟਮੈਂਟ ਆ ਰਹੀਆਂ ਨੇ ਕਿ ਇਹ ਫੈਡਰਲ ਸਟਰਕਚਰ ਤੇ ਅਟੈਕ ਆ ਔਰ ਇਹ ਕਿਸਾਨ ਵਿਰੋਧੀ ਹੈ, BJP ਕਿਸਾਨ ਵਿਰੋਧੀ ਕੰਮ ਕਰ ਰਹੀ ਹੈ, ਤੁਸੀਂ ਕਿਉਂ ਕਹਿ ਰਹੇ ਹੋ? ਦੇਖੋ ਜੀ, ਇਹਦਾ ਬਹੁਤ ਲੰਬਾ ਚੌੜਾ ਇਤਿਹਾਸ ਹੈ, ਪਰ ਸ਼ਾਰਟ ਵਿੱਚ ਕਹਾਂਗੇ ਕਿ ਫੈਡਰਲ ਢਾਂਚੇ ਦਾ ਇਹ ਗਲਾ ਹੀ ਨਹੀਂ ਕੁੱਟਿਆ ਜਾ ਰਿਹਾ, ਬਹੁਤ ਬੁਰੀ ਤਰ੍ਹਾਂ ਗਲਾ ਬੰਦ ਕੀਤਾ ਜਾ ਰਿਹਾ ਹੈ। ਇੱਕ ਬਿਜਲੀ ਜਿਹੜਾ ਸਬਜੈਕਟ ਸੂਬੇ ਦਾ ਸੀ, ਬੜੀ ਮਤਲਬ ਇੱਕ ਬਾਈ ਚਾਂਸ ਗੱਲ ਆ ਜਾਂ ਇੱਕ ਜਜ਼ਬਾਤੀ ਵੀ ਗੱਲ ਆ ਕਿ 1948 ਵਿੱਚ ਬਿਜਲੀ ਐਕਟ ਬਣਿਆ, ਤਾਂ ਉਹ ਬਿਜਲੀ ਐਕਟ ਜਿਹੜਾ ਵੱਖੋ ਮਤਲਬ ਸੰਵਿਧਾਨ ਦੇ ਜਿਹੜੇ ਘਾੜੇ ਸਨ, ਜਿਹੜੇ ਸੰਵਿਧਾਨ ਜਿਨ੍ਹਾਂ ਦੀ ਪ੍ਰਧਾਨਗੀ ਅਧੀਨ ਬਣਿਆ, ਬਾਬਾ ਜੀ ਅੰਬੇਦਕਰ, ਉਹੀ ਬਿਜਲੀ ਮੰਤਰੀ ਸਨ, ਉਹਨਾਂ ਨੇ ਹੀ ਬਿਜਲੀ ਐਕਟ ਡਰਾਫਟ ਕੀਤਾ। ਤੇ ਪਹਿਲੇ ਬਿਜਲੀ ਮੰਤਰੀ ਵੀ 48 ਦੇ ਵਿੱਚ ਅੰਬੇਦਕਰ ਜੀ ਆਪ ਸਨ। ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਪੈਰਾਗ੍ਰਾਫ ਹੈ ਉਹ 48 ਵਾਲਾ ਬਿਜਲੀ ਦਾ ਐਕਟ ਜੇ ਪੜਿਆ ਜਾਵੇ, ਉਸ ਪੈਰਾਗ੍ਰਾਫ 'ਚ ਇਹ ਲਿਖਿਆ ਵੀ ਅੱਡ-ਅੱਡ ਸੂਬਿਆਂ ਦੇ ਵਿੱਚ ਅੱਡ-ਅੱਡ ਕਿਸਮ ਦੀਆਂ ਲੋੜਾਂ ਨੇ ਤੇ ਅੱਡ-ਅੱਡ ਢੰਗ ਦੇ ਨਾਲੇ ਪਾਵਰ ਜਿਹੜੀ ਬਿਜਲੀ ਬਣਨੀ ਆ। ਕਿਤੇ ਮਤਲਬ ਹਾਈਡਲ ਲੱਗਣੇ ਨੇ, ਕਿਤੇ ਥਰਮਲ ਲੱਗਣੇ ਨੇ, ਇਸ ਲਈ ਇਹਦੇ 'ਚ ਵੱਧ ਸੂਬਿਆਂ ਨੂੰ ਹੋਊਗਾ। ਔਰ ਇਹ ਜਿਹੜੀ ਹੈ ਇੱਕ ਸੇਵਾ ਨਾ ਕਿ ਵਸਤੂ ਆ। ਇਹ ਸੇਵਾ ਜਿਹੜੀ ਅਸੀਂ ਘਰ ਲੋਕਾਂ ਦੇ ਘਰ ਦੀਵਾ ਜਗਾਉਣਾ ਵਜਾਉਣਾ ਹੈ, ਇਹਨੂੰ ਜਿਹੜੀ ਵਸਤੂ ਬਣਾ ਕੇ ਤੇ ਕਾਰਪਟ ਘਰਾੜੇ ਅੱਗੇ ਸੁੱਟਣ ਦੀ ਖਾਤਰ ਸੰਘੀ ਢਾਂਚੇ ਦਾ ਗਲਾ ਘੁੱਟ ਕੇ ਜਿਹੜਾ ਸੈਂਟਰ ਦਾ ਜਿਹੜਾ ਤੁਸੀਂ ਨਾਂ ਲਿਆ, ਜਿਹੜੀ ਨੈਸ਼ਨਲ ਲੈਵਲ ਦੀ ਬਣਨੀ ਆ, ਉਹ ਇੱਕ ਮਤਲਬ ਕਾਰਪਟ ਘਰਾੜਿਆਂ ਨੂੰ ਫਾਇਦਾ ਉਠਾਉਣ ਲਈ ਬਣਨੀ ਆ। ਉਹਨੇ ਮਤਲਬ ਇਸ ਗੱਲ ਦੇ ਪੇਚ ਹੀ ਕੱਸਣੇ ਨੇ ਵੀ ਕਿਸੇ ਪ੍ਰਕਾਰ ਦੀ ਕੋਈ ਸਬਸਿਡੀ ਨਾ ਮਿਲੇ, ਕਿਸੇ ਪ੍ਰਕਾਰ ਦੀ ਕੋਈ ਸੂਬੇ ਕੋਲ ਕੋਈ ਅਧਿਕਾਰ ਨਾ ਰਵੇ। ਇਹ ਜਿਹੜਾ ਬਹੁਤ ਹੀ ਹਾਨੀਕਾਰਕ ਹੈ। ਇਹਦਾ ਡਟ ਕੇ ਵਿਰੋਧ ਹੀ ਨਹੀਂ। ਇਹ ਤਾਂ ਵੇਖੋ ਜੀ, ਹਰ ਹਾਲਤ 'ਚ ਬਿਜਲੀ ਦਾ ਬਿੱਲ ਤਾਂ ਵਾਪਸ ਜਾਊਗਾ ਹੀ ਜਾਊਗਾ। ਇਹ ਮੈਂ ਇਸ ਗੱਲ ਤੋਂ ਕੋਈ ਮੈਂ ਮੰਨਣ ਨੂੰ ਤਿਆਰ ਹਾਂ ਵੀ ਜੇ ਸਾਡੇ ਨਾਲ ਆਇਆ ਤਾਂ ਸਾਡੇ ਆਉਣ ਵਾਲੇ ਬੱਚੇ ਇਹਨੂੰ ਕਰਨਗੇ। ਦੇਖੋ, ਬਿਜਲੀ ਬੋਰਡ ਸੀ, ਪਬਲਿਕ ਸੈਕਟਰ ਸੀ, ਤਾਂ ਤੁਸੀਂ ਵੀ ਯਾਦਵਿੰਦਰ ਜੀ ਪਿੰਡਾਂ ਦੇ, ਜੇ ਅਸੀਂ ਵੀ ਪਿੰਡਾਂ ਦੇ ਨਾਲ ਵਾਸਤਾ ਰੱਖਣ ਵਾਲੇ ਪਿੰਡਾਂ ਦੇ ਆ, ਪਿੰਡਾਂ ਵਾਲਿਆਂ ਨੇ ਆਪਣੀਆਂ ਸ਼ਾਮਲਾਤੀਆਂ ਜ਼ਮੀਨਾਂ, ਕਈ ਕਿਸਾਨਾਂ ਨੇ ਆਪਦੀਆਂ ਨਿੱਜੀ ਜ਼ਮੀਨਾਂ ਦੇ ਵਿੱਚ ਗ੍ਰਿਡ ਲਵਾਏ। ਅਜੇ ਤੱਕ ਉਹਨਾਂ ਦੇ ਮਤਲਬ ਜਮਹੂਰੀ ਦੇ ਵਿੱਚ ਜਿਹੜੀਆਂ ਸਾਂਝੀਆਂ ਜ਼ਮੀਨਾਂ ਨੇ, ਉਹ ਜਿਹੜੀਆਂ ਪ੍ਰਾਈਵੇਟ ਕੰਪਨੀ ਨੂੰ ਪਹਿਲਾਂ ਇਹਨਾਂ ਨਿਗਮਾਂ ਨੂੰ ਦੇ ਦਿੱਤੀਆਂ, ਕਾਰਪੋਰੇਸ਼ਨਾਂ ਨੂੰ,
ਬਿਜਲੀ ਬੋਰਡ ਤੋੜ ਕੇ ਫਿਰ ਹੁਣ ਉਹ ਜੇ ਪ੍ਰਾਈਵੇਟ ਕੰਪਨੀਆਂ ਨੂੰ ਦੇਣਗੇ ਤਾਂ ਇਹਦਾ ਬਹੁਤ ਡਟ ਕੇ ਮੁਕਾਬਲਾ ਕੀਤਾ ਜਾਊਗਾ ਔਰ ਅਸੀਂ ਨਹੀਂ ਕਰਾਂਗੇ, ਸਾਡੇ ਬੱਚੇ ਕਰਨਗੇ। ਵਾਪਸ ਆਉਂਦੇ ਆ ਕਾਂਗਰਸ ਪਾਰਟੀ ਦੇ ਸਰਨਾ ਫਤਿਹਜੰਗ ਸਿੰਘ ਬਾਜਵਾ ਨੇ ਐਮਐਲਏ ਫਤਿਹ ਜੀ, ਕੈਪਟਨ ਸਰਕਾਰ ਲਗਾਤਾਰ ਜਿਹੜੀ ਕਿਹਾ ਜਾਂਦਾ ਕਿ ਜਿਹੜੀ ਰਾਜਾਂ ਤੇ ਕੇਂਦਰ ਦਾ ਇੱਕ ਸਬੰਧ ਹੁੰਦਾ ਹੈ ਤੇ ਰਾਜ ਉਸ ਗੱਲ ਤੇ ਰਿਐਕਟ ਕਰਦੇ ਨੇ, ਜਿਵੇਂ ਕਿਸਾਨ ਯੂਨੀਅਨਾਂ ਰਿਐਕਟ ਕਰ ਰਹੀਆਂ ਨੇ। ਪਹਿਲਾਂ ਅਕਾਲੀ ਦਲ ਨੇ ਕਿਹਾ ਕਿ ਕੈਪਟਨ ਬਿਜਲੀ ਦੇ ਬਿੱਲ ਆਉਣ ਜਾ ਰਹੇ ਨੇ, ਅਸੀਂ ਡਟ ਕੇ ਵਿਰੋਧ ਕਰਾਂਗੇ। ਬੀਜੇਪੀ ਦੇ ਬੁਲਾਰੇ ਸਾਡੇ ਨਾਲ ਨੇ ਹੁਣ, ਕਿਉਂਕਿ ਕੇਂਦਰ ਵੱਲੋਂ ਬਿੱਲ ਆ ਰਿਹਾ, ਉਹਨਾਂ ਨਾਲ ਗੱਲ ਅਸੀਂ ਉਹਨਾਂ ਤੋਂ ਪੁੱਛਾਂਗੇ। ਤੁਹਾਡਾ ਕੀ ਰਿਐਕਸ਼ਨ ਹੋਏਗਾ ਕੈਪਟਨ ਸਰਕਾਰ ਦਾ ਇਹਦੇ ਤੇ? ਕੀ ਕਰੇਗੀ ਕੈਪਟਨ? ਕੀ ਇਹਦਾ ਮਤਲਬ ਮੰਨ ਲਿਆ ਜਾਵੇ ਕਿ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਬਿੱਲ ਲੱਗਣ ਜਾ ਰਹੇ ਨੇ, ਕੈਪਟਨ ਸਰਕਾਰ ਨਹੀਂ ਰੋਕ ਪਾਏਗੀ? ਦੇਖੋ ਯਾਦਵਿੰਦਰ ਜੀ, ਬਦਕਿਸਮਤੀ ਦੀ ਗੱਲ ਹੈ ਬਈ ਜਿੱਥੇ ਸੈਂਟਰ ਨੂੰ ਸਟੇਟ ਸਰਕਾਰਾਂ ਦੇ ਨਾਲ ਮਿਲ ਕੇ ਆਪਣੇ ਦੋਸਤਾਨਾ ਜਿਹੜੇ ਸੰਬੰਧ ਨੇ ਹੋਰ ਗੂੜੇ ਤੇ ਪੱਕੇ ਕਰਨੇ ਚਾਹੀਦੇ ਨੇ, ਇਹ ਸੈਂਟਰ ਦੀ ਸਰਕਾਰ ਕਿਸਾਨਾਂ ਦੇ ਪ੍ਰਤੀ ਹਰ ਰੋਜ਼ ਨਵੀਂ ਤੋਂ ਨਵੀਂ ਖੇਤੀਬਾੜੀ ਨੂੰ ਢਾਹ ਲਾਉਣ ਵਾਲੀ ਨੀਤੀ ਬਣਾ ਰਹੇ ਨੇ। ਪਹਿਲੇ ਐਮਐਸਪੀ ਦਾ ਇਹਨਾਂ ਨੇ ਇਹ ਸਾਰਾ ਢਾਂਚਾ ਕੀਤਾ, ਹੁਣ ਇਹ ਇਲੈਕਟ੍ਰਿਸਿਟੀ ਬਿੱਲ ਜਿਹੜਾ ਰੈਗੂਲੇਟਰੀ ਜਿਹੜੀ ਬਣਾ ਰਹੇ ਨੇ, ਉਹ ਮਕਸਦ ਇਹ ਹੈ ਵੀ ਸਟੇਟ ਕੋਲੋਂ ਉਹਦਾ ਸਾਰਾ ਜਿਹੜਾ ਖੋ ਕੇ ਉਹਨਾਂ ਦਾ ਪਾਵਰ ਖੋ ਕੇ ਸੈਂਟਰ ਆਪਣੇ ਥੱਲੇ ਲਿਆਣਾ ਚਾਹੁੰਦੀ ਹੈ। ਜਿਹੜੀ ਇਹ ਤੁਸੀਂ ਇਲੈਕਟ੍ਰਿਸਿਟੀ ਕੰਟਰੈਕਟ ਇਨਫੋਰਸਮੈਂਟ ਅਥਾਰਟੀ ਹੈ, ਇਹਦੇ ਰਾਹੀਂ ਇਹ ਜਿੰਨਾ ਵੀ ਸੂਬੇ ਕੋਲ ਪਾਵਰ ਹੈਗੀ ਹੈ ਰੈਗੂਲੇਟਰੀ ਤੇ ਇਲੈਕਟ੍ਰਿਸਿਟੀ ਤੇ ਟੈਰਿਫ ਦੇ ਉੱਤੇ ਆਪਣਾ ਕਬਜ਼ਾ ਉਹ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਨੇ। ਔਰ ਪ੍ਰਾਈਵੇਟ ਪਲੇਅਰਸ ਨੂੰ ਮੈਂ ਯਾਦਵਿੰਦਰ ਜੀ ਇੱਥੇ ਕਹਿਣਾ ਚਾਹੁੰਦਾ ਵੀ ਪ੍ਰਾਈਵੇਟ ਪਲੇਅਰਸ ਨੂੰ ਇਹ ਸੈਂਟਰ ਦੀ ਸਰਕਾਰ ਫਾਇਦਾ ਦੇਣਾ ਚਾਹੁੰਦੀ ਹੈ। ਔਰ ਲਗਾਤਾਰ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ, ਵੱਡੇ ਘਰਾਣਿਆਂ ਨੂੰ ਵੱਡੇ ਘਰਾਣਿਆਂ ਨੂੰ ਬਿਲਕੁਲ ਵੱਡੇ ਪਲੇਅਰਸ ਨੂੰ ਇਹ ਬੀਜੇਪੀ ਦੀ ਸਰਕਾਰ ਫਾਇਦਾ ਦੇ ਰਹੀ ਹੈ। ਇਸ ਤੇ ਸੂਬੇ ਦੀ ਸਰਕਾਰ ਫਤਿਹ ਜੀ ਤੁਹਾਡੇ ਕੋਲ ਵਾਪਸ ਆਉਣਾ, ਆਵਾਜ਼ ਨਹੀਂ ਤੁਹਾਡੀ ਜਾ ਰਹੀ, ਸਾਡੀ ਟੀਮ ਨੂੰ ਕਹਾਂਗੇ ਟੈਕਨੀਕਲ ਕਿ ਉਹਨਾਂ ਕੋਲ ਆਵਾਜ਼ ਪਹੁੰਚਦੀ ਕਰੇ, ਦੋ ਗੈਸਟਾਂ ਕੋਲ ਤੁਹਾਡੀ ਆਵਾਜ਼ ਨਹੀਂ ਜਾ ਰਹੀ। ਤੁਹਾਡੇ ਕੋਲ ਵਾਪਸ ਆਉਣੇ ਆ, ਤੁਹਾਡੀ ਗੱਲ ਆਈ ਹੈ। ਮੈਂ ਸਿੱਧਾ ਸਵਾਲ ਜਿਹੜਾ ਚੀਮਾ ਜੀ ਨੂੰ ਕਰਾਂਗਾ, ਬੀਜੇਪੀ ਦੀ ਕਿਉਂਕਿ ਸਰਕਾਰ ਆ ਕੇਂਦਰ ਦੇ ਅੰਦਰ ਔਰ ਕਿਸਾਨਾਂ ਦਾ ਮੋਰਚਾ ਤਾਂ ਇਸੇ ਲਈ ਬਣਾਇਆ ਹੁੰਦਾ ਬੀਜੇਪੀ ਨੇ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨੀ ਆ। ਤਾਂ ਉਹਨਾਂ ਤੋਂ ਪੁੱਛਦੇ ਆ ਚੀਮਾ ਜੀ, ਜਦੋਂ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਸੱਤਾ 'ਚ ਆਉਂਦੇ ਨੇ, ਜਦੋਂ ਪਾਰਲੀਮੈਂਟ ਦੇ ਅੰਦਰ ਉਹ ਭਾਸ਼ਣ ਦਿੰਦੇ ਨੇ ਤਾਂ ਉੱਥੇ ਇੱਕ ਸ਼ਬਦ ਵਰਤਦੇ ਆ ਕੋਆਪਰੇਟਿਵ ਫੈਡਰਲਿਜ਼ਮ, ਯਾਨੀ ਸਹਿਯੋਗ ਦਾ ਸੰਘੀ ਢਾਂਚਾ। ਉਹ ਕਹਿੰਦੇ ਸੀ ਹੁਣ ਤੱਕ ਫੈਡਰਲਿਜ਼ਮ ਕਾਂਗਰਸ ਨੇ ਤਬਾਹ ਕੀਤਾ। ਇਹ ਇਲਜ਼ਾਮ ਰਿਹਾ ਬੀਜੇਪੀ ਦਾ ਕਿ ਕਾਂਗਰਸ ਨੇ ਤਬਾਹ ਕੀਤਾ ਫੈਡਰਲਿਜ਼ਮ ਨੂੰ। ਤਾਂ ਹੁਣ ਇਹੀ ਇਲਜ਼ਾਮ ਤੁਹਾਡੇ ਤੇ ਕਿਉਂ ਲੱਗ ਰਿਹਾ ਕਿ ਤੁਸੀਂ ਕਿਸਾਨ ਵਿਰੋਧੀ ਹੋ, ਤੁਸੀਂ ਫੈਡਰਲ ਸਿਸਟਮ ਦੇ ਵਿਰੋਧੀ ਹੋਗੇ? ਚੀਮਾ ਜੀ। ਯਾਦਵਿੰਦਰ ਜੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਮੇਰੇ ਨਾਲ ਜਿੰਨੇ ਦੋਨੋਂ ਪੈਨਲਿਸਟ ਵੀਰ ਬੈਠੇ ਆ, ਹਰ ਇੱਕ ਦੇ ਆਪੋ ਆਪਣੇ ਵਿਚਾਰ ਹੈ, ਰਾਏ ਆਪੋ ਆਪਣੀ ਹੈ। ਮੇਰੇ ਰਾਏ ਜਿਹੜੀ ਹੈ, ਜਦੋਂ ਤਾਂ ਮੈਂ ਪਿੱਛੋਂ ਤੋਂ ਇਹ ਪੜ੍ਹਨਾ ਸ਼ੁਰੂ ਕੀਤਾ, ਜਦੋਂ ਤੋਂ ਮੈਂ ਸੰਵਿਧਾਨ ਨੂੰ ਪੜ੍ਹ ਰਿਹਾ ਜੀ, ਮੈਂ ਦੇਖਿਆ ਕਿ ਸਾਡਾ ਸੰਵਿਧਾਨ ਹੈ ਜਿਹੜੇ 'ਚ ਇਹਦੇ 'ਚ ਕਈ ਗੱਲਾਂ ਦੀ ਕਲੀਅਰਟੀ ਨਹੀਂ ਹੈਗੀ। ਇੱਕ ਪੁਆਇੰਟ ਤੇ ਜੇ ਉਹੀ ਗੱਲ ਉਹ ਸੂਬੇ ਦੇ ਲਈ ਕਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਦੂਜੇ ਮੱਧ ਦੇ ਵਿੱਚ ਉਸੇ ਪੁਆਇੰਟ ਤੇ ਉਹ ਸੈਂਟਰ ਨੂੰ ਵੀ ਕਹਿ ਰਿਹਾ ਕਿ ਇਸ ਤੇ ਤੁਸੀਂ ਚੈੱਕ ਕਰੋ ਕਿ ਇਹਦਾ ਤੁਸੀਂ ਕੀ ਕਰ ਸਕਦੇ ਹੋ। ਇੱਕ ਗੱਲ ਤਾਂ ਇਹ ਹੈ ਕਿ ਸੰਵਿਧਾਨ ਦੇ ਵਿੱਚ ਜਿਹੜੀ ਆਪਾਂ ਸੰਘੀ ਢਾਂਚੇ ਦੀ ਗੱਲ ਕਰ ਰਹੇ ਹਾਂ, ਸੰਵਿਧਾਨ ਦੇ ਵਿੱਚ ਕਲੀਅਰਟੀ ਲਿਆਉਣ ਦੇ ਲਈ ਸੋ ਇਹਦੇ ਤੇ ਵੀ ਕੁਝ ਕੰਮ ਹੋਣਾ ਚਾਹੀਦਾ। ਦੂਜੀ ਗੱਲ ਜਿਹੜੀ ਆਪਾਂ ਕਿਸਾਨਾਂ ਦੇ ਬਿੱਲਾਂ ਦੀ ਗੱਲ ਕਰ ਰਹੇ ਹਾਂ, ਮੈਂ ਇੱਥੇ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜੀ ਪਹਿਲਾਂ ਜੋ ਅਕਾਲੀ ਦਲ ਬੀਜੇਪੀ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਬਿਜਲੀ ਫ੍ਰੀ ਦਿੱਤੀ ਜਾ ਰਹੀ ਸੀ, ਉਹਦਾ ਬਿੱਲ ਸਰਕਾਰਾਂ ਭਰਦੀਆਂ ਸੀ। ਅੱਜ ਵੀ ਜੇ ਪੰਜਾਬ ਸਰਕਾਰ ਵੱਲੋਂ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਤਾਂ ਬਿਜਲੀ ਜਿਹੜਾ ਰੈਗੂਲੇਟਰੀ ਕਮਿਸ਼ਨ ਹੈ ਉਹਨੂੰ ਬਿੱਲ ਦਿੱਤਾ ਜਾ ਰਿਹਾ ਸਰਕਾਰ ਵੱਲੋਂ, ਪਰ ਹੁਣ ਉਹਦਾ ਥੋੜਾ ਜਿਹਾ ਢੰਗ ਤਰੀਕਾ ਜੋ ਸੈਂਟਰ ਵੱਲੋਂ ਚੇਂਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਪਹਿਲਾਂ ਗੈਸ ਉਹੀ ਸਵਾਲ ਆ ਆਪਾਂ ਚੀਮਾ ਜੀ, ਆਪਾਂ ਉਹੀ ਸਵਾਲ ਉਹ ਕਿਉਂ ਕੀਤਾ ਜਾ ਰਿਹਾ ਜੇ ਆਪਾਂ ਉਹਦੇ ਤੇ ਆਈਏ। ਮੈਂ ਦੱਸਣ ਲੱਗਿਆ ਉਹਦੇ 'ਚ ਚੋਰ ਬਜ਼ਾਰੀਆਂ ਬਹੁਤ ਜ਼ਿਆਦਾ ਹੋ ਰਹੀਆਂ। ਜਿਸ ਤਰ੍ਹਾਂ ਪਹਿਲਾਂ ਆਪਾਂ ਗੈਸ ਸਿਲੰਡਰ ਦੀ ਗੱਲ ਕਰ ਲਈਏ ਕਿ ਉਹਦੇ ਤੋਂ ਸਬਸਿਡੀ ਡਾਇਰੈਕਟ ਹੁਣ ਉਹਦੇ ਕਸਟਮਰ ਦੇ ਖਾਤੇ 'ਚ ਆਉਂਦੀ ਹੈ। ਉਹ ਜਦੋਂ ਉਹ ਸਿਸਟਮ ਲਾਗੂ ਕੀਤਾ ਗਿਆ ਆਨਲਾਈਨ ਸਿਸਟਮ, ਉਹਦੇ ਨਾਲ ਕਿੰਨੇ ਲੱਖਾਂ ਹੀ ਪਹਿਲਾਂ ਤੋਂ ਸਿਲੰਡਰ ਧਾਰਕ ਜਿਹੜੇ ਜਾਲੀ ਉਹਨਾਂ ਦੇ ਨਾਂ ਤੇ ਸਬਸਿਡੀ ਲਈ ਜਾਂਦੀ ਸੀ, ਉਹ ਖਤਮ ਹੋ ਗਏ। ਸਾਡਾ ਇਸੇ ਤਰ੍ਹਾਂ ਇਸ ਦੇ ਵਿੱਚ ਵੀ ਜਦੋਂ ਇਹ ਗੱਲ ਆਊਗੀ ਤਾਂ ਇਹਦੇ ਵਿੱਚ ਵੀ ਕਈ ਕਿਸਾਨਾਂ ਵਾਲੇ ਤਾਂ ਸਿਲੰਡਰ ਵਾਲਾ ਮਸਲਾ ਨਹੀਂ ਸੀ, ਕਿਸਾਨਾਂ ਵਾਲਾ ਤਾਂ ਸਰਕਾਰ ਪੇ ਕਰਦੀ ਹੈ ਸਰ।
ਇਹ ਤਾਂ ਸਰਕਾਰ ਪੇ ਕਰਦੀ ਸੀ ਜੀ। ਨਹੀਂ ਯਾਦਵਿੰਦਰ ਜੀ, ਉਹਦੇ ਪਰਸਨਲ ਮਸਲਾ ਤਾਂ ਹੈ ਹੀ ਨਹੀਂ ਸੀ, ਕਿਸੇ ਨੇ ਸਿਲੰਡਰ ਵੀ ਕਿਸੇ ਦਾ ਕਨੈਕਸ਼ਨ। ਯਾਦਵਿੰਦਰ ਜੀ ਮੇਰੀ ਉਹਦੇ 'ਚ ਦੋ ਗੱਲਾਂ ਹੈ। ਕਿਸਾਨ ਕਿੰਨੀ ਬਿਜਲੀ ਯੂਟਿਲਾਈਜ਼ ਕਰ ਰਿਹਾ ਹੈ ਕਿਸੇ ਨੂੰ ਪਤਾ ਨਹੀਂ, ਕਿਸਾਨ ਦੇ ਨਾਂ ਤੇ ਕਿੰਨੀ ਬਿਜਲੀ ਸਬਸਿਡੀ ਉਹਦੇ ਨਾਂ ਤੇ ਲਈ ਜਾ ਰਹੀ ਹੈ ਕਿਸੇ ਨੂੰ ਪਤਾ ਨਹੀਂ। ਇਹ ਕਿਸਾਨ ਤੋਂ ਬਿੱਲ ਨਹੀਂ ਲਿਆ ਜਾਊਗਾ ਕਿਉਂਕਿ ਕਿਸਾਨ ਨੇ ਜੇ ਬਿੱਲ ਦੇਣਾ ਤਾਂ ਨਹੀਂ ਸਰ, ਚੀਮਾ ਜੀ ਤਾਂ ਔਨ ਰਿਕਾਰਡ ਹੁੰਦਾ। ਚੀਮਾ ਜੀ ਪਾਵਰਕੌਮ ਇਸੇ ਕਰਕੇ ਹੈ, ਪਾਵਰਕੌਮ ਇਸੇ ਕਰਕੇ ਹਰ ਚੀਜ਼ ਕਾਗਜ਼ਾਂ ਤੇ ਹੁੰਦੀ ਹੈ, ਪੂਰਾ ਲੇਖਾ ਜੋਖਾ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਸਾਲ ਦਰ ਸਾਲ। ਪਾਵਰਕੌਮ ਇਹ ਦੱਸਦੀ ਹੈ ਕਿ ਸਰਕਾਰ ਇੰਨੇ ਪੈਸੇ ਸਾਨੂੰ ਦੇਗੀ, ਇੰਨਾ ਬਣੇਗਾ। ਪਾਵਰਕੌਮ ਹਰ ਵਾਰ ਪ੍ਰੈਸ ਕਾਨਫਰੰਸ ਕਰਕੇ ਦੱਸਦੀ ਹੈ। ਇਸ ਗੱਲ ਤੇ ਮੈਂ ਬਿਲਕੁਲ ਕਲੀਅਰ ਹਾਂ ਕਿ ਪਾਵਰਕੌਮ ਨੂੰ ਖੁਦ, ਕਿਉਂਕਿ ਕਿਤੇ ਕੋਈ ਇਹ ਪਤਾ ਨਹੀਂ ਲੱਗ ਰਿਹਾ ਕਿ ਕਿੰਨੀ ਬਿਜਲੀ ਯੂਟਿਲਾਈਜ਼ ਮੋਟਰਾਂ ਤੇ ਹੋ ਰਹੀ ਹੈ, ਉਸ ਦੇ ਅਗੇਂਸਟ ਕਿੰਨੀ ਸਬਸਿਡੀ ਲੈ ਰਹੇ ਹੈ, ਕਿਉਂਕਿ ਇਹਦੇ ਚ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇਹਦਾ ਮਤਲਬ ਤੁਸੀਂ ਕਹਿੰਦੇ ਹੋ ਕੈਪਟਨ ਸਰਕਾਰ ਜਾਂ ਇਹਦਾ ਮਤਲਬ ਫਿਰ ਬਾਦਲ ਸਰਕਾਰ ਵੀ ਗੜਬੜ ਕਰਦੀ ਰਹੀ ਹੈ, ਕਿਉਂਕਿ ਬਾਦਲ ਸਰਕਾਰ ਦੇ ਟਾਈਮ ਵੀ ਪਾਵਰਕੌਮ ਹੀ ਕਰਦਾ ਸੀ। ਸਰਕਾਰ ਵੱਲੋਂ ਫਿਰ ਗੜਬੜ ਕੌਣ ਕਰ ਰਿਹਾ ਸਰ? ਸਰਕਾਰ ਤੇ ਬਲੇਮ ਨਹੀਂ, ਮੈਂ ਸਰਕਾਰ ਗੜਬੜ ਕੌਣ ਕਰ ਰਿਹਾ? ਜਿਹੜਾ ਤੁਸੀਂ ਕਹਿੰਦੇ ਹੋ ਕਿ ਚੋਰੀ ਹੁੰਦੀ ਹੈ ਬਿਜਲੀ ਦੀ, ਕੌਣ ਕਰ ਰਿਹਾ? ਜੀ ਮੈਂ ਸਰਕਾਰ ਤੇ ਬਲੇਮ ਨਹੀਂ ਲਾ ਰਿਹਾ, ਮੈਂ ਬਲੇਮ ਲਾ ਰਿਹਾ ਕਿ ਕਿਤੇ ਨਾ ਕਿਤੇ ਉਸ 'ਚ ਹੋ ਸਕਦਾ ਕਿ ਜਿਹੜੀਆਂ ਪਾਵਰ ਕੰਪਨੀਆਂ ਉਹਦੇ 'ਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੋਵੇ। ਇੱਕ ਤਾਂ ਉਹਦੇ ਨਾਲ ਉਹ ਪ੍ਰੋਬਲਮ ਦੂਰ ਹੋ ਜੂਗੀ, ਦੂਜੀ ਗੱਲ ਕਿਸਾਨ ਦਾ ਬਿੱਲ ਤੋਂ ਸਰਕਾਰਾਂ ਪਹਿਲਾਂ ਵੀ ਪੇ ਕਰ ਰਹੀਆਂ। ਜੇ ਉਹ ਇਕੱਲੇ ਸਾਡੇ ਪੰਜਾਬ ਦੇ ਵਿੱਚ ਹੀ ਹੈ ਜਿਹੜਾ ਇਹ ਸਿਸਟਮ ਹੈ, ਪੰਜਾਬ ਤੁਸੀਂ ਇਹ ਸਮਝਾਓ ਸਰ, ਵਿਕਰਮ ਜੀ ਇਹ ਸਮਝਾ ਸਕਦੇ ਹੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਸ ਕਰਕੇ ਢਾਂਚਾ, ਇਸ ਕਰਕੇ ਬਦਲਿਆ ਗਿਆ ਪ੍ਰਕਿਰਿਆ। ਇੱਕ ਤੁਸੀਂ ਕਹਿੰਦੇ ਹੋ ਕਿ ਗੜਬੜ ਸਰ, ਗੱਲ ਤਾਂ ਸੁਣੋ, ਬਦਲਿਆ ਜਾਏਗਾ ਬਿਜਲੀ ਉਹ ਖਰੜਾ ਨੂੰ, ਹਾਂ ਉਹਦੇ ਤੇ ਸਲਾਹ ਸਰ ਤੁਸੀਂ ਕਹਿ ਰਹੇ ਹੋ ਕਿ ਚੋਰੀ ਹੁੰਦਾ, ਉਹ ਕੌਣ ਕਰਦਾ ਹੈ? ਉਹ ਕੌਣ ਕਰਦਾਗਾ? ਉਹ ਚੋਰੀ ਕੌਣ ਕਰਦਾ? ਜਿਹੜਾ ਤੁਸੀਂ ਕਹਿੰਦੇ ਗੜਬੜ ਹੋ ਰਹੀ ਹੈ, ਕੌਣ ਕਰਦਾ? ਉਹ ਚੋਰੀ ਕਿਸੇ ਕੰਪਨੀ ਵੱਲੋਂ ਵੀ ਹੋ ਸਕਦੀ ਹੈ ਕਿ ਉਹ ਕਿੰਨਾ ਖਾਤਾ, ਕਿਸਾਨ ਕਿੰਨੀ ਬਿਜਲੀ ਯੂਜ਼ ਕਰ ਰਿਹਾ ਹੈ, ਇਹਦੇ ਬਾਰੇ ਕੋਈ ਪੱਕੇ ਕਿਸੇ ਕੋਲ ਵੀ ਹੈ ਨਹੀਂ ਕਿ ਕਿੰਨੀ ਮੋਟਰਾਂ ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੋ ਰਹੀ ਹੈ, ਉਹਦੇ ਤੇ ਕਿੰਨੀ ਬਿਜਲੀ ਖਪਤ ਹੋ ਕੇ ਕਿੰਨੀ ਦੇ ਅਗੇਂਸਟ ਉਹਦੀ ਸਬਸਿਡੀ ਆ ਰਹੀ ਹੈ। ਸਰਕਾਰ ਹੈ, ਕਿਸਾਨ ਆ, ਉਹਦੇ ਵਿਚਕਾਰ ਤੇ ਕੋਈ ਵੀ ਨਹੀਂ ਹੈਗਾ ਸਰ। ਇੱਕ ਸਰਕਾਰ ਆ, ਇੱਕ ਕਿਸਾਨ ਆ। ਬਾਦਲ ਗਵਰਨਮੈਂਟ ਦੇ ਟਾਈਮ ਵੀ ਇਹੀ ਸੀ, ਹੁਣ ਵੀ ਇਹੀ ਹੈ। ਸਰਕਾਰ ਦੇ ਵਿੱਚ ਕੋਈ ਨਹੀਂ, ਇਸ ਗੱਲ ਨੂੰ ਆਪਾਂ ਉਲਝਾਈਏ ਨਾ। ਮੈਂ ਬਿਲਕੁਲ ਸਪਸ਼ਟ ਗੱਲ ਕਹਿ ਰਿਹਾ ਕਿ ਕਿਸਾਨ ਤੇ ਨਾ ਪਹਿਲਾਂ ਬਿਜਲੀ ਦਾ ਬਿੱਲ ਲੱਗਿਆ ਸੀ, ਸਰਕਾਰਾਂ ਬਿਜਲੀ ਦਾ ਬਿੱਲ ਭਰਦੀਆਂ ਸੀ। ਬਾਦਲ ਸਾਹਿਬ ਦੀ ਸਰਕਾਰ ਨੇ 10 ਸਾਲ ਬਿਜਲੀ ਦਾ ਬਿੱਲ ਭਰਿਆ। ਵਿਕਰਮ ਜੀ ਇਹ ਗੱਲ ਨਹੀਂ, ਵਿਕਰਮ ਜੀ ਇੱਕ ਗੱਲ ਜਿਹੜੀ ਤੁਸੀਂ ਕਹਿਤੀ, ਵਿਕਰਮ ਜੀ ਇੱਕ ਗੱਲ ਤੁਸੀਂ ਕਹੀ ਹੈ ਕਿ ਅਸੀਂ ਸਿਸਟਮ ਪ੍ਰਕਿਰਿਆ ਜਿਹੜਾ ਬਿੱਲ ਨਵਾਂ ਆ ਰਿਹਾ ਉਹ ਤਾਂ ਆ ਰਿਹਾ ਕਿ ਕੋਈ ਗੜਬੜ ਆ, ਕਿਤੇ ਪ੍ਰਕਿਰਿਆ ਹੋਰ ਸਮੂਥ ਹੋਏਗੀ। ਉਹਦੇ ਵਿੱਚ ਕੋਈ ਉਹਦੇ ਵਿੱਚ ਕੋਈ ਗੜਬੜਾ ਨੇ। ਉਹ ਗੜਬੜਾ ਸਰ ਕੌਣ ਕਰ ਰਿਹਾ? ਉਹ ਗੜਬੜਾ ਕੌਣ ਕਰ ਰਿਹਾ ਨਹੀਂ ਸਮਝਾ ਰਹੇ ਤੁਸੀਂ। ਯਾਦਵਿੰਦਰ ਜੀ, ਯਾਦਵਿੰਦਰ ਦੂਰ ਹੋਣਗੀਆਂ, ਮੈਂ ਗੱਲ ਕਹਿ ਰਿਹਾ ਬਿਲਕੁਲ। ਇਸ ਗੱਲ ਨੂੰ ਆਪਾਂ ਉਲਝਾਈਏ ਨਾ। ਮੈਂ ਬਿਲਕੁਲ ਮੈਂ ਸਿਲੰਡਰ ਦੀ ਐਗਜ਼ਾਮਪਲ ਦਿੱਤੀ ਹੈ। ਨਹੀਂ ਸਰ, ਸਿਲੰਡਰ ਦੀ ਦੇਖੋ ਕਿ ਸਿਲੰਡਰ ਵਾਲਾ ਮਾਮਲਾ ਬਿਲਕੁਲ ਡਿਫਰੈਂਟ ਆ। ਜਿਹੜੀ ਸਿਲੰਡਰ ਦੀ ਸਬਸਿਡੀ ਹੈ ਉਹ ਸਰਕਾਰ ਉਸ ਤਰੀਕੇ ਨਾਲ ਨਹੀਂ ਦਿੰਦੀ, ਇਹ ਸਰਕਾਰ ਹੋਰ ਤਰੀਕੇ ਨਾਲ ਦਿੰਦੀ ਹੈ। ਤੁਹਾਨੂੰ ਵੀ ਪਤਾ ਕਿਵੇਂ ਦਿੰਦੀ ਹੈ, ਤੁਸੀਂ ਵੀ ਇਸ ਗੱਲ ਤੇ ਬਿਲਕੁਲ, ਹਾਂ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ, ਪਰ ਦੋ ਗੱਲਾਂ ਨੇ ਕਿ ਅਜੇ ਤੱਕ ਇਹ ਕਲੀਅਰ ਨਹੀਂ ਕਿ ਕਿਸਾਨ ਕਿੰਨੀ ਬਿਜਲੀ ਯੂਟਿਲਾਈਜ਼ ਕਰ ਰਿਹਾ। ਤੁਹਾਡੀ ਸਰਕਾਰ ਤੁਸੀਂ ਸਹਿਯੋਗੀ ਸੀ, 97 ਦੀ ਸਰਕਾਰ ਬਾਦਲ ਸੱਤਾ ਚਾਹੁੰਦੇ ਨੇ, ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਦੀ ਸਰਕਾਰ, ਉਹਨਾਂ ਉਦੋਂ ਬਾਅਦ ਦੋ ਸਰਕਾਰਾਂ ਉਹਨਾਂ ਦੀਆਂ, 2007 ਦੀ ਸਰਕਾਰ, 12 ਦੀ ਸਰਕਾਰ, 15 ਸਾਲ ਤੇ ਤੁਸੀਂ ਖੁਦ ਦਿੱਤੀ ਹੈ। ਇਹਦਾ ਮਤਲਬ ਤੁਹਾਡੇ ਵੇਲੇ ਵੀ ਗੜਬੜ ਹੁੰਦੀ ਰਹੀ ਹੈ। ਗੜਬੜ ਮੈਂ ਇਹ ਨਹੀਂ ਕਹਿ ਰਿਹਾ ਕਿ ਸਰਕਾਰਾਂ ਕਰ ਰਹੀਆਂ, ਸਰਕਾਰਾਂ ਦਾ ਜੋ ਕੰਮ ਹੈ ਉਹ ਕਰ ਰਹੀਆਂ ਸਰਕਾਰਾਂ। ਉਹਨੇ ਵਿਕਰਮ ਜੀ ਦੁਬਾਰਾ ਮੈਂ ਵਾਪਸ ਆਉਣਾ ਤੁਹਾਡੇ ਕੋਲ, ਕੋਈ ਟਿੱਪਣੀ ਕਰਨਾ ਚਾਹੁੰਦੇ? ਜਗਮੋਹਨ ਜੀ ਕੋਈ ਟਿੱਪਣੀ ਕਰਨਾ ਚਾਹੁੰਦੇ? ਜਗਮੋਹਨ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਕਿਉਂ ਆ ਰਿਹਾ? ਜੀ ਬੜਾ ਅਫਸੋਸ ਦੀ ਗੱਲ ਹੈ ਕਿ ਚੀਮਾ ਸਾਹਿਬ ਜਿਹੜੇ ਨੇ ਬਿਲਕੁਲ ਮਤਲਬ ਪਾਣੀ 'ਚ ਡਾਂਗਾ ਮਾਰ ਰਹੇ ਨੇ, ਕਿਉਂਕਿ ਜੇ ਇੱਕ ਸਟੇਟ ਦੇ ਵਿੱਚ ਸਬਸਿਡੀ ਐਗਰੀਕਲਚਰ ਸੈਕਟਰ ਨੂੰ, ਕਿਸਾਨ ਨੂੰ ਪੰਜਾਬ ਦਿੰਦਾ ਤਾਂ ਸੈਂਟਰ ਗਵਰਨਮੈਂਟ ਦੀ ਏਡੀ ਵੱਡੀ ਸਿਰਦਰਦੀ ਬਣ ਗਈ ਕਿ ਆਲ ਇੰਡੀਆ ਲਈ ਉਹਨਾਂ ਨੂੰ ਐਕਟ ਜਿਹੜਾ ਹੈ ਉਹਦੇ 'ਚ ਅਮੈਂਡਮੈਂਟ ਕਰਨੀ ਪੈ ਰਹੀ ਆ। ਨੰਬਰ 2 ਦੇ ਉੱਤੇ ਜੇ ਰੈਗੂਲੇਟ ਕਰਨਾ ਹੈ ਵੀ ਕਿੰਨੇ ਪੈਸੇ ਮਿਲਦੇ ਨੇ ਸਬਸਿਡੀ ਦੇ ਜਾਂ ਕਿੰਨੇ ਯੂਨਿਟ ਖਪਦੇ ਨੇ, ਤਾਂ ਇਹਨਾਂ ਕੋਲ ਇੰਨੀਆਂ ਏਜੰਸੀਆਂ ਨੇ, ਉਹ ਸੈਂਟਰ ਗਵਰਨਮੈਂਟ ਨੇ, ਉਹ ਸਟੇਟ ਗਵਰਨਮੈਂਟ ਨੇ ਪਾਵਰ ਕਾਰਪੋਰੇਸ਼ਨ ਦਾ ਆਪ ਲੈਣ ਦੇਣਾ। ਉਹਦੇ ਤਾਂ ਇੱਕ ਧੇਲਾ ਵੀ ਸੈਂਟਰ ਗਵਰਨਮੈਂਟ ਨਹੀਂ ਦਿੰਦੀ, ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਮਿਲਦੀ ਉਹ ਪੰਜਾਬ ਸਰਕਾਰ ਦਿੰਦੀ ਆ। ਇੰਨੀ ਜ਼ਿਆਦਾ ਫਿਕਰਮੰਦੀ, ਫਿਰ ਉਹ ਗੈਸ ਕਨੈਕਸ਼ਨ ਨਾਲ ਜੋੜ ਰਹੇ ਨੇ, ਜਦੋਂ ਕਿ ਗੈਸ ਕਨੈਕਸ਼ਨ ਦਾ ਸੈਂਟਰ ਗਵਰਨਮੈਂਟ ਨੇ ਦੇਣਾ, ਉਹਨੇ ਸਬਸਿਡੀ ਦੇਣੀ ਸੀ। ਜ਼ਿਆਦਾ ਟੋਟਲ ਉਸ ਅਮੈਂਡਮੈਂਟ ਦੇ ਵਿੱਚ ਇਹ ਵੀ ਅਮੈਂਡਮੈਂਟ ਲਾਇਆ ਹੁਣ ਵੀ ਜਿਹੜੇ ਖੇਤੀ ਖੇਤਰ ਆ ਬਹੁਤ ਘਾਟੇ 'ਚ ਆ। ਦੁਨੀਆ ਪੱਧਰ ਤੇ, ਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਤੇ ਸਬਸਿਡੀ ਦੀ ਲੋੜ ਹੁੰਦੀ ਆ। ਅਸੀਂ ਸਾਰੇ ਭਾਰਤ ਦੇ ਕਿਸਾਨਾਂ ਨੂੰ ਜਿਹੜੇ ਬਿਜਲੀ ਦਾ, ਦੇਖੋ ਅਸੀਂ ਕਿਸਾਨ ਨੂੰ ਬਿਜਲੀ ਨਹੀਂ ਚਾਹੀਦੀ, ਬਿਜਲੀ ਨਾਲ ਖੇਤੀ ਨਹੀਂ ਹੁੰਦੀ, ਕਿਸਾਨ ਨੂੰ ਚਾਹੀਦਾ ਪਾਣੀ। ਪਾਣੀ ਸਾਨੂੰ ਨਹਿਰਾਂ ਰਾਹੀਂ ਮਿਲਦਾ ਸੀ, ਉਸ ਪਾਣੀ ਨੂੰ ਮਤਲਬ ਸਾਨੂੰ ਪਾਣੀ ਚਾਹੀਦਾ, ਪਾਣੀ ਉਸ ਦੇ ਮੁਤਾਬਕ ਨਹਿਰਾਂ ਦੇ ਮੁਤਾਬਕ ਸਾਨੂੰ ਦੇਈ ਜਾਣ।
ਅਸੀਂ ਸਾਡਾ ਤਾਂ ਸਾਰਾ ਅੰਡਰਟੇਕ ਕਰ ਲਵੇ, ਗਵਰਨਮੈਂਟ ਕਰ ਲਵੇ, ਸੈਂਟਰ ਗਵਰਨਮੈਂਟ ਕਰ ਲਵੇ, ਸਟੇਟ ਗਵਰਨਮੈਂਟ ਕਰ ਲਵੇ। ਜਿਹੜੇ ਅਸੀਂ ਟਿਊਬਲਾਂ ਦੇ ਲੱਖਾਂ ਰੁਪਏ ਖਰਚ ਕੀਤੇ ਨੇ, 3 ਵਾਰੀ ਬੋਰ ਕਰਾ ਲਏ ਨੇ, ਉਹ ਵੀ ਆਪਦੇ ਅਧੀਨ ਲੈ ਆਵੇ, ਪਰ ਸਾਡੀਆਂ ਫਸਲਾਂ ਲਈ ਸਾਨੂੰ ਪਾਣੀ ਫ੍ਰੀ ਮਿਲੇ। ਇਹ ਸਰਕਾਰਾਂ ਦੇ ਨਾਲ ਸਨ। ਬੜੇ ਲੰਮੇ ਸਮੇਂ ਤੋਂ ਬਾਦਲ ਸਾਹਿਬ ਦੇ ਵੀ, ਅਮਰਿੰਦਰ ਸਾਹਿਬ ਦੇ ਵੀ, ਗੁਟਕਾ ਸਾਹਿਬ ਦੇ ਸਮਾਂ ਚੁੱਕੇ, ਅਸੀਂ ਉਹ ਚਾਹੁੰਦੇ ਮਿਲਦੇ ਰਹਿਣ। ਇਹਦੇ ਜੇ ਕੋਈ ਬੀਜੇਪੀ ਅੜਿੱਕਾ ਬਣਦੀ ਹੈ ਜਾਂ ਬੀਜੇਪੀ ਦੇ ਵਿਰੁੱਧ ਸਟੈਂਡ ਲੈਂਦੀ ਹੈ ਜਾਂ ਉਹਦੇ ਹਲਾਈ ਅਕਾਲੀ ਬਣਦੇ ਨੇ, ਉਹ ਸਾਡੇ ਮਤਲਬ ਇੱਕ ਵੱਡੇ ਦੁਸ਼ਮਣ ਹੋਣਗੇ, ਔਰ ਇਹਨੂੰ ਅਸੀਂ ਕਦੀ ਮਾਫ ਨਹੀਂ ਕਰਾਂਗੇ। ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਉੱਪਰਲੀ ਥੱਲੇ ਲਿਆਉਣ ਵਾਲੀ ਗੱਲ ਤੱਕ ਲੜਾਈ ਚੱਲੇਗੀ, ਔਰ ਕਦੀ ਵੀ ਬਿਜਲੀ ਦੇ ਬਿੱਲ ਨਹੀਂ ਲੱਗ ਸਕਦੇ। ਬਿਜਲੀ ਦੇ ਬਿੱਲ ਹੀ ਨਹੀਂ, ਅਮੈਂਡਮੈਂਟ ਕਰਨ ਦੇ ਨਾਲ ਜਿਹੜੇ ਸਾਡੇ ਦਲਿਤ ਭਾਈਚਾਰੇ ਨੇ, ਜਿਹੜਾ ਇੱਕ ਹੋਰ ਜਿਹੜੇ ਇੱਕ ਬਲੋ ਪਾਵਰਟੀ ਲਾਈਨ ਹੈ, ਉਹਨਾਂ ਨੂੰ ਕੁਝ ਯੂਨਿਟ ਘਰਾਂ ਦੇ ਮਾਫ ਮਿਲਦੇ ਨੇ, ਉਹ ਵੀ ਲੋਕ ਨੇ। ਇਹ ਸਭ ਕੁਝ ਬੰਦ ਕਰਨ ਦੀ ਤੁਰ ਪੈਣ। ਸੰਘੀ ਢਾਂਚਾ ਬਿਲਕੁਲ ਪੁੱਟ ਰਹੇ ਨੇ, ਕੋਈ ਸੂਬੇ ਨੂੰ ਅਧਿਕਾਰ ਹੀ ਨਹੀਂ ਦੇ ਰਹੇ ਵੀ ਤੁਸੀਂ ਆਪਦੇ ਲੋਕਾਂ ਨੂੰ ਆਪਦੇ ਦੇ ਸਕਦੇ ਜੇ। ਜੋ ਦਿੰਦੇ ਨੇ ਉਹਨੂੰ ਬਹਾਨਾ ਬਣਾ ਰਹੇ ਨੇ। ਇੱਕ ਪੰਜਾਬ ਦੇ ਕਿਸਾਨਾਂ ਉਹਨੂੰ ਕਰ ਲਈ ਉਹਨਾਂ ਨੇ। ਮੈਂ ਜਗਮੋਹਨ ਜੀ ਵਾਪਸ ਆਉਣਾ ਤੁਹਾਡੇ ਕੋਲ। ਵਿਕਰਮ, ਜਿਹੜੀ ਤੁਸੀਂ ਇਹ ਗੱਲ ਕਹੀ ਕਿ ਜਦੋਂ ਸੰਵਿਧਾਨ ਨੂੰ ਪੜ੍ਹਦੇ ਆ ਤਾਂ ਸੰਵਿਧਾਨ ਦੀ ਦੇਖੋ, ਸੰਵਿਧਾਨ ਦੀ ਵਿਆਖਿਆ ਤਾਂ ਆਪੋ ਆਪਣੇ ਤਰੀਕੇ ਨਾਲ ਹੋ ਸਕਦੀ ਹੈ। ਜਦੋਂ ਕਾਂਗਰਸ ਇਹ ਸਭ ਕੁਝ ਕਰ ਰਹੀ ਸੀ, ਤੁਹਾਡੇ ਯਾਦ ਹੈ ਐਮਰਜੈਂਸੀ ਤੋਂ ਲੈ ਕੇ ਸਭ ਕੁਝ ਜੋ ਇਤਿਹਾਸ ਦੇ ਅੰਦਰ ਹੈ, ਤਾਂ ਬੀਜੇਪੀ ਜਨਸੰਘ ਤੋਂ ਲੈ ਕੇ 1951 ਤੋਂ ਲੈ ਕੇ ਲਗਾਤਾਰ ਜਨਸੰਘ ਪਹਿਲਾਂ ਇਹਦੀ ਆਲੋਚਨਾ ਕਰਦਾ ਸੀ, ਫਿਰ ਬੀਜੇਪੀ ਕਰਦਾ ਸੀ ਕਿ ਆਪਦੇ ਤਰੀਕੇ ਨਾਲ ਉਹ ਵੀ ਸੰਵਿਧਾਨ ਦੀ ਵਿਆਖਿਆ ਕਰ ਲੈਂਦੇ ਸੀ। ਹੁਣ ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਦੀ ਵਿਆਖਿਆ 'ਚ ਸੰਵਿਧਾਨ ਰਾਈਟ ਸੈਂਟਰ ਨੂੰ ਵੀ ਦਿੰਦਾ, ਸਟੇਟ ਨੂੰ ਵੀ ਦਿੰਦਾ। ਉਹੀ ਤਾਂ ਮਸਲਾ ਹੈਗਾ ਕਿ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰ। ਹੁਣ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ, ਜਿਹੜੀ ਪਾਰਟੀ ਦਾ ਝੰਡਾ ਬਰਦਾਰ ਰਹੀ ਹੈ, ਤੁਸੀਂ ਹਮੇਸ਼ਾ ਕਾਂਗਰਸ ਨੂੰ ਕਹਿੰਦੇ ਸੀ ਕਿ ਕਾਂਗਰਸ ਨੇ ਇਸ ਦੇਸ਼ 'ਚ ਫੈਡਰਲ ਸਿਸਟਮ ਦਾ ਘਾਣ ਕੀਤਾ, ਫੈਡਰਲ ਸਿਸਟਮ ਦੇ ਖਿਲਾਫ ਆ ਗਈ ਕਾਂਗਰਸ। ਪਰ ਲਗਾਤਾਰ ਜਦੋਂ ਮੁੱਖ ਮੰਤਰੀ ਹੁੰਦੇ ਸੀ ਪ੍ਰਧਾਨ ਮੰਤਰੀ ਮੋਦੀ, ਗੁਜਰਾਤ ਤੋਂ ਇੱਕੋ ਹੀ ਗੱਲ ਬੋਲਦੇ ਸੀ ਕਿ ਧੱਕਾ ਹੋ ਰਿਹਾ ਹੈ ਰਾਜ ਦੇ ਨਾਲ। ਯਾਦਵਿੰਦਰ ਜੀ, ਮੈਂ ਇੱਥੇ ਦੱਸਣੀ ਚਾਹੁੰਦਾ, ਜਿਹੜੇ ਸਭ ਤੋਂ ਪਹਿਲਾਂ ਤੋਂ ਜਿਹੜੇ ਕਿਸਾਨਾਂ ਦੇ ਬਿਜਲੀ ਦੇ ਬਿੱਲਾਂ ਦੀ ਗੱਲ ਆ ਰਹੀ ਹੈ, ਬਿਜਲੀ ਦੇ ਬਿੱਲਾਂ ਤੇ ਮੈਂ ਪਹਿਲਾਂ ਵੀ ਤੁਹਾਨੂੰ ਕਲੀਅਰ ਕੀਤਾ ਹੈ ਕਿ ਬਿਜਲੀ ਦੇ ਬਿੱਲ ਪਹਿਲਾਂ ਵੀ ਸਰਕਾਰ ਵੱਲੋਂ ਪੇ ਕੀਤੇ ਜਾਂਦੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਕਿਸਾਨਾਂ ਤੋਂ ਲਏ ਨਹੀਂ ਸੀ ਜਾਂਦੇ। ਹੁਣ ਵੀ ਜਿਹੜੀ ਸੂਬਾ ਸਰਕਾਰ ਚਾਹੂਗੀ ਆਪਣੇ ਕਿਸਾਨਾਂ ਨੂੰ ਆਪਣੇ ਲੈਵਲ ਤੇ ਉਹ ਦੇ ਸਕਦੀ ਹੈ ਕਿ ਕੋਈ ਵੀ ਸੂਬਾ ਸਰਕਾਰ, ਕਿਉਂਕਿ ਬਿਜਲੀ ਜਿਹੜੀ ਅਥਾਰਟੀ ਹੈ ਉਹਨੂੰ ਤਾਂ ਬਿੱਲ ਚਾਹੀਦਾ, ਉਹ ਸਰਕਾਰਾਂ ਪੇ ਕਰਨ ਚਾਹੇ ਕਿਸਾਨ ਪੇ ਕਰੇ। ਪੰਜਾਬ ਦੇ ਵਿੱਚ ਜਿਹੜੀ ਬਿਜਲੀ ਬਿੱਲ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਬਿਜਲੀ ਜਿਹੜੀ ਸੀ ਉਹਦੀ ਮਾਫੀ ਸਰਕਾਰ ਵੱਲੋਂ ਦਿੱਤੀ ਹੋਈ ਸੀ ਕਿਸਾਨਾਂ ਨੂੰ, ਪਰ ਬਿੱਲ ਉਹਦਾ ਪੇ ਕੀਤਾ ਜਾ ਰਿਹਾ ਸੀ ਉਸੇ ਢੰਗ ਦੇ ਨਾਲ। ਹੁਣ ਜਿਹੜਾ ਉਹ ਸਿਸਟਮ ਦੇ ਵਿੱਚ ਥੋੜਾ ਚੇਂਜ ਕਰ ਰਹੀ ਹੈ ਸਰਕਾਰ, ਜੋ ਮੈਂ ਹੁਣੀ ਅੱਜ ਤੁਹਾਡੇ ਤੋਂ ਬਾਅਦ ਉਸ ਬਿੱਲ ਨੂੰ ਪੜ੍ਹਿਆ ਵੀ ਹੈ, ਔਰ ਇਸ ਬਿੱਲ ਨੂੰ ਜਿਹੜਾ ਚੇਂਜ ਨਹੀਂ ਕਰ ਰਹੀ ਹੈ, ਜਿਹੜਾ ਫਤਿਹ ਜੀ ਵੀ ਕਰ ਰਹੇ ਸਰ, ਗੱਲ ਸੁਣੋ ਸਰ। ਜਿਹੜਾ ਨਵੀਂ ਇਲੈਕਟ੍ਰਿਸਿਟੀ ਕੰਟਰੈਕਟ ਇਨਫੋਰਸਮੈਂਟ ਅਥਾਰਟੀ ਦਾ ਗਠਨ ਹੋਏਗਾ, ਇਹ ਸਿੱਧੀ ਰਾਜ ਦੇ ਅਧਿਕਾਰ 'ਚ ਇੰਟਰਵੈਂਸ਼ਨ ਹੈ, ਇਹ ਇਲਜ਼ਾਮ ਲੱਗ ਰਿਹਾ ਤੁਹਾਡੀ ਪਾਵਰ ਹੀ ਲਾ ਰਹੀ ਹੈ, ਸਾਡੀ ਪਾਵਰ ਹੀ ਖਿੱਚ ਕੇ ਲੈ ਜਾਣਗੇ, ਸਾਰੀ ਪਾਵਰ ਸੈਂਟਰ ਲੈ ਜਾਏਗੀ। ਬਿਲਕੁਲ ਕਿ ਉਹਦੇ 'ਚ ਪੂਰਾ ਇੱਕ ਮੈਂ ਸਾਰਾ ਉਹ ਪੜ੍ਹ ਰਿਹਾ, ਉਹਦੇ 'ਚ ਉਹਨਾਂ ਨੇ ਜੋ ਅਮੈਂਡਮੈਂਟਸ ਕਰਨੀਆਂ ਚਾਹੁੰਦੀਆਂ ਉਹ ਬਿੱਲ ਨੂੰ ਲੋਕਾਂ ਦੇ ਸਾਹਮਣੇ ਉਹਨਾਂ ਨੇ ਮੇਲ ਤੇ ਜਾ ਕੇ ਸਾਰੇ ਕਿਤੇ ਉਹਨੂੰ ਪਾਤਾ ਤੇ ਲੋਕਾਂ ਤੋਂ ਰਾਏ ਮੰਗੀ ਹੈ ਕਿ ਇਹਦੇ 'ਚ ਅਸੀਂ ਕੀ ਕਰ ਸਕਦੇ ਹਾਂ। ਜੋ ਸਾਡੀ ਰਾਏ ਆ ਉਸ ਨੂੰ ਸਰਕਾਰ ਸਾਰਿਆਂ ਦੀ ਰਾਏ ਨਾਲ ਉਹਦੇ 'ਚ ਜੋ ਵੀ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਚੋਣ ਵੀ ਹੁਣ ਕੇਂਦਰ ਕਰੇਗਾ। ਜੋ ਬਿਜਲੀ ਰੈਗੂਲੇਟਰੀ ਕਮਿਸ਼ਨ ਹੋਏਗਾ ਉਹਦੀ ਵੀ ਕੇਂਦਰ ਚੋਣ ਕਰੇਗਾ। ਉਹਦੀਆਂ ਸਟੇਟ ਕਰਦੀਆਂ ਸੀ ਨਾ ਸਾਰੀਆਂ। ਔਰ ਇਹਦੇ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਬਹੁਤ ਸਾਰੀਆਂ ਸਟੇਟਸ ਨੇ ਤੇ ਰਿਐਕਟ ਕਰ ਦਿੱਤਾ। ਅਜੇ ਤੱਕ ਕੈਪਟਨ ਸਰਕਾਰ ਨੇ ਉਸ ਤਰ੍ਹਾਂ ਰਿਐਕਟ ਨਹੀਂ ਕੀਤਾ, ਪਰ ਬਾਕੀ ਸਟੇਟਾਂ ਨੇ ਇਹਦੇ ਤੇ ਰਿਐਕਟ ਕੀਤਾ। ਤੁਹਾਨੂੰ ਮੈਂ ਨਾਂ ਦੱਸ ਦਿੰਦਾ ਉਹਨਾਂ ਸਟੇਟਾਂ ਦੇ ਜਿਨ੍ਹਾਂ ਨੇ ਰਿਐਕਟ ਕੀਤਾ। ਤੇਲੰਗਾਨਾ ਨੇ ਇਹਦਾ ਵਿਰੋਧ ਕੀਤਾ, ਕੇਰਲਾ ਨੇ ਇਹਦਾ ਜ਼ਬਰਦਸਤ ਵਿਰੋਧ ਕੀਤਾ, ਤਾਮਿਲਨਾਡੂ ਨੇ, ਪੌਂਡੀਚੇਰੀ ਨੇ, ਬਿਹਾਰ ਨੇ ਵੀ। ਬਿਹਾਰ ਤੁਹਾਡੀ ਸਰਕਾਰ ਆ ਸਾਂਝੀ, ਬਿਹਾਰ ਨੇ ਇਹਦੇ ਤੇ ਜ਼ਬਰਦਸਤ ਇਹਦਾ ਵਿਰੋਧ ਕੀਤਾ ਇਸ ਗੱਲ ਦਾ, ਤੁਹਾਡੇ ਬਿੱਲ ਦਾ। 5 ਸਟੇਟਾਂ ਦੇ ਨਾਮ ਮੈਂ ਤੁਹਾਨੂੰ ਗਿਣਾਏ ਨੇ। ਫਤਿਹ ਜੀ ਕੀ ਕਹਿਣਾ ਚਾਹੁੰਦੇ ਹੋ? ਫਤਿਹ ਜੀ ਕੋਲ ਫਤਿਹ ਜੀ ਮੇਰੀ ਗੱਲ ਸੁਣ ਲਓ, ਮੇਰੀ ਚੀਮਾ ਸਾਹਿਬ ਗੱਲ ਵਿਕਰਮ ਜੀ, ਫਤਿਹ ਜੀ ਕੋਈ ਸਮੱਸਿਆ ਮੇਰੀ ਗੱਲ ਸੁਣ ਲਓ। ਸਰਕਾਰ ਉਹਦੇ 'ਚ ਸੋਧ ਕਰਕੇ ਇਸ ਬਿੱਲ ਨੂੰ ਉਸ ਢੰਗ ਦੇ ਨਾਲ ਪੇਸ਼ ਕਰ ਸਕਦੀ ਹੈ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਫਤਿਹ ਜੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਆ 5 ਸਰਕਾਰਾਂ ਦੇ ਫਤਿਹ ਜੀ ਨਾਲ ਤੁਹਾਡੇ ਸਾਹਮਣੇ ਨੇ, ਤੁਹਾਡੀ ਸਰਕਾਰ ਕੀ ਕਰਨ ਜਾ ਰਹੀ ਹੈ, ਤੁਸੀਂ ਕਿਵੇਂ? ਜੀ ਅਸੀਂ ਠੋਕ ਕੇ ਵਿਰੋਧ ਕਰਾਂਗੇ। ਬਾਜਵਾ ਸਾਹਿਬ ਦੀ ਪੂਰੀ ਇੱਕ ਮੇਰੀ ਗੱਲ ਸਮਝ ਲਓ। ਜੀ ਮੈਂ ਇੱਕ ਚੀਮਾ ਜੀ ਆਪਣੇ ਛੋਟੇ ਭਰਾ ਨੂੰ ਇਹ ਗੱਲ ਕਹਿਣਾ ਚਾਹਨਾ, ਇਹ ਕਹਿ ਰਹੇ ਸੀ ਵੀ ਸਾਨੂੰ ਕਲੈਰਿਟੀ ਨਹੀਂ ਆ ਰਹੀ। ਜੀ ਪਹਿਲਾਂ ਵੀ ਨਹੀਂ ਸੀ ਆ ਰਹੀ, ਆਵਾਜ਼ ਤੇ ਆ ਰਹੀ ਯਾਦਵਿੰਦਰ ਜੀ। ਤੁਹਾਡੇ ਆਪਣੇ ਆਡੀਓ ਨੂੰ ਗੱਲ ਕੰਟੀਨਿਊ ਕਰੋ ਜੀ। ਗੱਲ ਇਹਦਾ ਯਾਦਵਿੰਦਰ ਜੀ ਵੀ ਗੱਲ ਬੜੀ ਸਿੱਧੀ ਹੈ ਵੀ ਸੈਂਟਰ ਦੀ ਸਰਕਾਰ ਸਟੇਟ ਦੇ ਫੈਡਰਲ ਢਾਂਚੇ ਨੂੰ ਹਰ ਚੀਜ਼ ਤੇ
ਹਰ ਪਾਵਰ ਨੂੰ ਡਿਲੂਟ ਕਰਕੇ ਆਪਣੇ ਕੋਲ ਲੈਣਾ ਚਾਹੁੰਦੀ ਹੈ ਤਾਂ ਕਿ ਸੂਬਿਆਂ ਕੋਲ ਕੋਈ ਪਾਵਰ ਹੀ ਨਾ ਰਹਿ ਜੇ। ਸੂਬੇ ਇੱਕ ਮਿਊਟ ਸਪੈਕਟੇਟਰ ਬਣ ਕੇ ਰਹਿ ਜਾਣ। ਤੇ ਕਿਉਂਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਵੀ ਹਰ ਅਥਾਰਟੀ ਤੇ ਇਹਨਾਂ ਨੇ ਸੈਂਟਰ ਦੇ ਆਪਣੇ ਥੱਲੇ ਲੈ ਲਈ, ਤੇ ਜੇ ਅਥਾਰਟੀ ਸਾਰੀ ਸੈਂਟਰ ਕੋਲ ਚਲੀ ਗਈ, ਚੀਮਾ ਜੀ ਜਿੱਦਾਂ ਕਹਿੰਦੇ ਨੇ, ਉਹ ਸਾਰਾ ਕੰਮ ਹੀ ਤੁਹਾਡੇ ਕੋਲ ਸਟੇਟਾਂ ਕੋ, ਤੁਸੀਂ ਕੋਈ ਆਪਣੇ ਜਿੱਦਾਂ ਇਹ ਕਹਿੰਦੇ ਵੀ ਤੁਸੀਂ ਆਪਣੀ ਸਬਸਿਡੀਜ਼ ਦੇ ਸਕਦੇ ਹੋ, ਬਿਲਕੁਲ ਨਹੀਂ ਦੇ ਸਕਦੇ ਕਿਉਂਕਿ ਉਹ ਅਥਾਰਟੀ ਸੈਂਟਰ ਕੋ ਚਲ ਜਾਏਗੀ। ਔਰ ਮੈਂ ਇਹ ਗੱਲ ਕਹਿਣਾ ਚਾਹਨਾ ਵੀ ਜਿਸ ਤਰੀਕੇ ਨਾਲ ਬੀਜੇਪੀ ਦੀ ਸਰਕਾਰ ਸਾਰੇ ਸੂਬਿਆਂ ਨਾਲ ਇਹ ਧੱਕਾ ਕਰ ਰਹੀ ਹੈ ਜੀ, ਇਹ ਤੁਹਾਨੂੰ ਸਟੇਟਾਂ ਦੀਆਂ ਸਰਕਾਰਾਂ ਨੂੰ, ਪਾਰਟੀਆਂ ਨੂੰ ਖੜੇ ਹੋ ਕੇ ਡਟ ਕੇ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ, ਵਿਰੋਧ ਕਰਨਾ ਚਾਹੀਦਾ। ਔਰ ਕਤਈ ਅਸੀਂ ਬੀਜੇਪੀ ਨੂੰ ਇਹਨਾਂ ਦੇ ਜਿਹੜੇ ਡਿਜ਼ਾਈਨਸ ਨੇ ਉਹ ਡਿਜ਼ਾਈਨਸ ਵਿੱਚ ਕਾਮਯਾਬ ਨਹੀਂ ਹੋਣ ਦਾਂਗੇ। ਬਿਲਕੁਲ। ਔਰ ਜਿਹੜਾ ਇਹ ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਯਾਦਵਿੰਦਰ ਜੀ, ਫਤਿਹ ਜੀ ਵਾਪਸ ਹੋਣਾ ਤੁਹਾਡੇ ਕੋਲ ਟਾਈਮ, ਸਾਡੇ ਕੋਲ ਥੋੜਾ ਲਾਸਟ ਇੱਕ ਕਮੈਂਟ ਲੈਣਾ। ਵਿਕਰਮ ਜੀ, ਕੀ ਇਹ ਆਵਾਜ਼ ਮੋਦੀ ਸਰਕਾਰ ਤੱਕ ਪਹੁੰਚੇਗੀ ਜੋ ਜਿਹੜੇ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਵਿਕਰਮ ਜੀ, ਜਿਹੜੇ ਇਲਜ਼ਾਮ ਨੇ ਤੁਹਾਡੀ ਸਰਕਾਰ ਤੇ ਕਿ ਇਹਨੂੰ ਕਰੈਕਟ ਕਰੋ, ਤੁਸੀਂ ਵੀ ਕਹਿੰਦੇ ਹੋ ਕਿ ਅਸੀਂ ਰਾਏ ਲੈ ਰਹੇ ਹਾਂ, ਕਿ ਇਹ ਠੀਕ ਹੋ ਜਾਏਗਾ ਜਾਂ ਫਿਰ ਇਸੇ ਤਰੀਕੇ ਨਾਲ ਚੀਜ਼ਾਂ ਅੱਗੇ ਵਧਣਗੀਆਂ? ਯਾਦਵਿੰਦਰ ਜੀ, ਨਾ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਨਾ ਫਤਿਹ ਸਿੰਘ ਬਾਜਵਾ ਜੀ ਦੀ ਆਵਾਜ਼ ਸੁਣੀ, ਮੈਨੂੰ ਕੁਝ ਨਹੀਂ ਸਾਨੂੰ ਸੁਣ ਰਿਹਾ ਤੁਹਾਡਾ। ਹੁਣ ਵੀ ਸਵਾਲ ਰਿਪੀਟ ਕਰ ਦੇਣਾ ਸਰ, ਸਵਾਲ ਰਿਪੀਟ ਕਰ ਦੇਣਾ ਵਿਕਰਮ ਜੀ, ਮੈਂ ਸਵਾਲ ਰਿਪੀਟ ਕਰ ਦੇਣਾ ਕਿ ਇਹ ਜਿਹੜੇ ਰਿਐਕਸ਼ਨ ਆਏ ਨੇ ਕਾਂਗਰਸ ਦਾ, ਕਿਸਾਨ ਯੂਨੀਅਨਾਂ ਦਾ, ਕੀ ਇਹ ਮੋਦੀ ਸਰਕਾਰ ਤੱਕ ਪਹੁੰਚਦੇ ਕੀਤੇ ਜਾਣਗੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੋਕਾਂ ਦੀ ਰਾਏ ਲੈ ਰਹੇ ਹਾਂ, ਜਾਂ ਫਿਰ ਇਸੇ ਤਰੀਕੇ ਨਾਲ ਚੀਜ਼ਾਂ ਅੱਗੇ ਵਧਣਗੀਆਂ? ਯਾਦਵਿੰਦਰ ਜੀ, ਮੈਂ ਜਿਸ ਤਰ੍ਹਾਂ ਦੱਸਿਆ ਮੈਨੂੰ ਤੁਹਾਡਾ ਪ੍ਰਸ਼ਨ ਪੂਰਾ ਨਹੀਂ ਸੁਣਿਆ, ਪਰ ਜਿਸ ਤਰ੍ਹਾਂ ਮੈਨੂੰ ਜਿੰਨਾ ਕੁ ਸੁਣਿਆ ਕਿ ਜੋ ਕਿਸਾਨ ਯੂਨੀਅਨ ਆ, ਸਾਡੇ ਭਰਾ ਜਿਹੜੇ ਇਸ ਦਾ ਵਿਰੋਧ ਕਰਦੇ ਆ ਜਾਂ ਜਿੰਨੀਆਂ ਸਰਕਾਰਾਂ ਵਿਰੋਧ ਕਰਦੀਆਂ, ਇਹ ਗੱਲਾਂ ਦੇ ਲਈ ਜੇ ਸਾਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ, ਜੇ ਇਸ ਬਿੱਲ ਦੇ ਨਾਲ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਅਸੀਂ ਜ਼ਰੂਰ ਪ੍ਰਧਾਨ ਮੰਤਰੀ ਸਾਹਿਬ ਨੂੰ, ਬਿਜਲੀ ਮੰਤਰੀ ਜੀ ਨੂੰ ਜ਼ਰੂਰ ਸਾਰਿਆਂ ਨੂੰ ਨਾਲ ਲੈ ਕੇ ਮਿਲਾਂਗੇ ਵੀ, ਤੇ ਜਿੱਥੇ ਇਹਦੇ 'ਚ ਕਿਤੇ ਸੋਧ ਕਰਨ ਦੀ ਲੋੜ ਹੋਊ ਆਪਾਂ ਸੋਧ ਵੀ ਕਰਵਾਵਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਅਸੀਂ ਸਾਰੇ ਲੋਕਾਂ ਦੇ ਲਈ, ਆਪਣੇ ਕਿਸਾਨ ਭਰਾਵਾਂ ਦੇ ਲਈ ਲੜਾਈ ਲੜ ਰਹੇ ਹਾਂ ਜੀ। ਇਕੱਲੇ ਕਿਸਾਨ ਭਰਾਵਾਂ ਦੀ ਨਹੀਂ, ਇਸ ਬਿਜਲੀ ਦਾ ਜਿਹੜਾ ਇਸ਼ੂ ਹੈ ਇਹਦੇ 'ਚ ਸਾਰੇ ਹੀ ਆ ਜਾਂਦੇ ਆ, ਸਾਡੇ ਦਲਿਤ ਭਰਾ ਵੀ ਆ ਜਾਂਦੇ ਆ। ਔਰ ਮੈਂ ਜਿੰਨਾ ਕੁ ਇਹਨੂੰ ਪੜ੍ਹ ਰਿਹਾ, ਜਿੱਥੇ ਉਹਦੇ ਲਾਗੂ ਹੋਣ ਦੇ ਨਾਲ ਮੇਰਾ ਖਿਆਲ ਹੈ ਸਾਰੇ ਦੇਸ਼ ਦੇ ਵਿੱਚ ਬਿਜਲੀ ਦੀ ਜਿਹੜੀ ਸਲੈਬ ਹੈ ਉਹ ਇੱਕੋ ਜੈਸੀ ਹੋ ਜੂਗੀ, ਕਿਉਂਕਿ ਅੱਜ ਸਭ ਤੋਂ ਵੱਧ ਪੰਜਾਬ ਦੇ ਲੋਕ ਬਿਜਲੀ ਦੇ ਬਿੱਲਾਂ ਤੋਂ ਪਰੇਸ਼ਾਨ ਨੇ। ਸਾਡੇ ਕਿਸਾਨਾਂ ਨੂੰ ਜੇ ਛੱਡ ਕੇ ਜਿਹੜੇ ਬਾਕੀ ਖਪਤਕਾਰ ਹੈ ਉਹਨਾਂ ਦੀ ਗੱਲ ਕਰੀਏ, ਕੱਲੇ ਪੰਜਾਬ ਦੇ ਵਿੱਚ 11 ਰੁਪਏ ਯੂਨਿਟ ਬਿਜਲੀ ਦੀ ਮਿਲਦੀ ਹੈ, ਤੇ ਸਾਡੇ ਜਿਹੜੇ ਗਵਾਂਢੀ ਸੂਬੇ ਆ ਕਿਸੇ ਦੇ ਵਿੱਚ 2.5 ਰੁਪਏ, ਕਿਸੇ ਦੇ ਵਿੱਚ 4 ਰੁਪਏ। ਸੋ ਇਸ ਚੀਜ਼ਾਂ ਨੂੰ ਵੀ ਸਾਰੀ ਕੁਝ ਨੂੰ ਦੇਖਣਾ ਪਊਗਾ ਕਿ ਜਿੱਥੇ ਸਾਰੇ ਲੋਕਾਂ ਦਾ ਜੇ ਫਾਇਦਾ ਹੋ ਰਿਹਾ, ਸਰਕਾਰ ਰੀਥਿੰਕ ਕਰ ਸਕਦੀ ਹੈ ਇਸ ਨੇ। ਬਿਲਕੁਲ, ਜਿੱਥੇ ਲੋੜ ਹੋਊਗੀ ਸਾਰੇ ਭਰਾਵਾਂ ਨੂੰ ਨਾਲ ਲੈ ਕੇ, ਜੇ ਕਿਤੇ ਕਿਸਾਨਾਂ ਦਾ ਇਸ਼ੂ ਹੋਊਗਾ, ਕਿਸਾਨਾਂ ਦੇ ਬਿੱਲ ਇਹ ਗਵਰਨਮੈਂਟ ਕਹੂਗੀ ਕਿ ਕੋਈ ਗਵਰਨਮੈਂਟ ਮਾਫ ਨਹੀਂ ਕਰ ਸਕਦੀ, ਜੇ ਗਵਰਨਮੈਂਟ ਆਪਣੇ ਕੋਲੋਂ ਭਰਨਾ ਚਾਹੁੰਦੀ ਹੈ ਸੂਬਾ ਉਹ ਨਹੀਂ ਭਰ ਸਕਦੀ, ਜੇ ਇਦਾਂ ਦਾ ਇਸ਼ੂ ਹੋਊਗਾ ਬਿਲਕੁਲ ਅਸੀਂ ਨਾਲ ਲੈ ਕੇ ਆਪਣੇ ਭਰਾਵਾਂ ਨੂੰ, ਜਿੱਥੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਉੱਥੇ ਬਿਜਲੀ ਮੰਤਰੀ ਜੀ ਨਾਲ ਵੀ ਗੱਲ ਕਰਾਂਗੇ। ਬਿਲਕੁਲ, ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਜਲਦੀ ਜੇ 30 ਸੈਕਿੰਡ 'ਚ ਆਪਣੀ ਗੱਲ ਰੱਖ ਸਕਦੇ ਹੋ ਜਗਮੋਹਨ ਜੀ, 30 ਸੈਕਿੰਡ ਜੀ। ਦੇਖੋ ਜੀ, ਅਸਲ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਬਿਜਲੀ ਦੇ ਬਿੱਲਾਂ ਵਾਲਾ ਮਾਮਲਾ ਜਿਹੜਾ ਉਹ ਤਾਂ ਬਹੁਤ ਮਤਲਬ ਜਜ਼ਬਾਤੀ ਆ, ਔਰ ਹਰ ਹਾਲਤ ਵਿੱਚ ਅਸੀਂ ਉਹ ਲਾਗੂ ਰੱਖਣਾ ਰਹਿਣ ਨਹੀਂ ਦੇਣਾ। ਇਹਦੇ ਲਈ ਭਾਵੇਂ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਕਰਨ, ਅਸੀਂ ਰਹੀਏ ਨਾ ਰਹੀਏ, ਸਾਡੀ ਆਉਣ ਵਾਲੀ ਜਨਰੇਸ਼ਨ ਬਿਜਲੀ ਦਾ ਲੈਣੀ ਮੁਕਤ। ਇਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਇਹ ਜਿਹੜਾ ਮਾਮਲਾ ਜਿਹੜਾ ਬਹੁਤ ਵੱਡਾ ਮਾਮਲਾ ਬਿਜਲੀ ਦੇ ਬਿੱਲ ਜਿਹੜਾ ਅਮੈਂਡਮੈਂਟ ਆ, ਇਹ ਇਕੱਲਾ ਪੰਜਾਬ ਦੇ ਕਿਸਾਨਾਂ ਦੀ ਸਬਸਿਡੀ ਨਾਲ ਜੁੜਿਆ ਹੈ। ਇਹਨਾਂ ਦੀ ਸਰਕਾਰ ਉਹਨਾਂ ਨੇ ਹੁਣ ਤੋੜ ਭੰਨ ਕਰਕੇ ਮੱਧ ਪ੍ਰਦੇਸ਼ 'ਚ ਬਣਾਈ ਆ 3 ਤੋਂ 4,000 ਕਰੋੜ ਰੁਪਇਆ, ਉਹ ਪ੍ਰਾਈਵੇਟ ਥਰਮਲਾਂ ਨੂੰ MOU ਦੇ ਵਿੱਚ ਹਰ ਸਾਲ ਉਹਨਾਂ ਨੂੰ ਭਰਨਾ ਪੈ ਰਿਹਾ। ਬਿਜਲੀ ਖਰੀਦ ਨਹੀਂ ਰਹੇ ਪਰ ਉਹਨਾਂ ਨੂੰ ਪੈਸੇ ਦੇ ਰਹੇ ਨੇ 3 ਤੋਂ 4,000 ਕਰੋੜ ਰੁਪਇਆ ਮੱਧ ਪ੍ਰਦੇਸ਼ ਦੀ ਸਰਕਾਰ। ਔਰ ਉੱਥੇ ਜੇ ਬੀਜੇਪੀ ਉੱਥੇ ਦੀ ਮੋਨੀਟਰਿੰਗ ਕਰ ਪਾ ਰਹੀ ਤਾਂ ਪੰਜਾਬ ਦੀ ਜਿਹੜੀ ਸਬਸਿਡੀ ਮਿਲਦੀ ਉਹਦੀ ਮੋਨੀਟਰਿੰਗ ਕਰਨ ਲਈ ਅਮੈਂਡਮੈਂਟ ਕਰਨ ਤੁਰ ਗਈ। ਜੀ ਜਗਮੋਹਨ ਜੀ, ਟਾਈਮ ਇੰਨਾ ਹੀ ਸੀ। ਤੁਹਾਡਾ ਧੰਨਵਾਦ। ਕਾਫੀ ਗੱਲਾਂ ਬਾਤਾਂ ਆਈਆਂ ਨੇ, ਅੱਗੇ ਵੀ ਹੁੰਦੀਆਂ ਰਹਿਣਗੀਆਂ। ਬੀਜੇਪੀ ਇਹ ਭਰੋਸਾ ਦਿਵਾ ਰਹੀ ਹੈ ਜਾਂ ਕਿਸਾਨ ਮੋਰਚਾ ਬੀਜੇਪੀ ਦਾ ਇਹ ਕਹਿ ਰਿਹਾ ਹੈ ਕਿ ਤੇ ਰੀਥਿੰਕ ਕਰਨ ਦੀ ਲੋੜ ਪਏਗੀ। ਫਤਿਹ ਜੀ ਤੁਹਾਡਾ ਵੀ ਧੰਨਵਾਦ, ਵਿਕਰਮ ਜੀ ਤੁਹਾਡਾ ਵੀ ਧੰਨਵਾਦ, ਤੇ ਜਗਮੋਹਨ ਜੀ ਤੁਹਾਡਾ ਵੀ ਬਹੁਤ ਧੰਨਵਾਦ। ਤਾਂ ਬੀਜੇਪੀ ਇਹ ਕਹਿ ਰਹੀ ਹੈ ਕਿ ਕਿਤੇ ਰੀਥਿੰਕ ਕਰਨ ਦੀ ਲੋੜ ਪਏਗੀ। ਅਸੀਂ ਜ਼ਰੂਰ ਇਸ ਗੱਲ ਦੇ ਉੱਤੇ ਸੋਚਾਂਗੇ। ਅਜੇ ਤੱਕ ਇਸ ਬਿੱਲ ਨਹੀਂ ਆਇਆ, ਬਿੱਲ ਆਉਣਾ, ਬਿੱਲ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ, ਬਹੁਤ ਸਾਰੀਆਂ ਚਰਚਾਵਾਂ ਨੇ, ਪਰ ਫੈਡਰਲ ਰਾਈਟ ਦੇ ਉੱਤੇ ਕੋਈ ਅਟੈਕ ਨਹੀਂ ਹੋਏਗਾ। ਬੀਜੇਪੀ ਕਹਿ ਰਹੀ ਆ ਜੋ ਰਾਇਆਂ ਆਲੇ ਦਾਲੇ ਆਉਣਗੀਆਂ
ਉਹਨਾਂ ਦਾ ਵੀ ਅਸੀਂ ਵੈਲਕਮ ਕਰਾਂਗੇ, ਚਰਚਾ ਕਰਾਂਗੇ। ਦੇਖਦੇ ਹਾਂ ਹੁਣ ਇਹ ਬਿੱਲ ਆ ਜਿਹੜਾ ਕਿਸ ਤਰੀਕੇ ਦੇ ਨਾਲ ਲਾਗੂ ਹੁੰਦਾ, ਜਿਹੜੀ ਅਮੈਂਡਮੈਂਟ ਆ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਤੇ ਕਿਸਾਨ ਜਥੇਬੰਦੀਆਂ ਦਾ ਆਉਣ ਵਾਲੇ ਦਿਨਾਂ 'ਚ ਕੀ ਰਿਐਕਸ਼ਨ ਰਹੇਗਾ। ਇੱਕ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਜੇ ਸਿੰਘ ਸਾਡੇ ਨਾਲ ਹੋਣਗੇ। ਸਵਾਗਤ ਹੈ, ਮੈਂ ਹਾਂ ਯਾਦਵਿੰਦਰ ਸਿੰਘ। ਚੀਨ ਦੇ ਨਾਲ ਲਗਾਤਾਰ ਟਕਰਾਅ ਦੀ ਸਥਿਤੀ ਹੈਗੀ ਔਰ ਬਹੁਤ ਸਾਰੇ ਪੱਧਰ ਦੇ ਉੱਤੇ ਗੱਲਬਾਤ ਹੋ ਰਹੀ ਹੈਗੀ। ਸਾਡੇ ਨਾਲ ਭਾਰਤੀ ਫੌਜ ਦੇ ਮੰਨੇ ਪਰਮੰਨੇ ਚਿਹਰੇ ਤੇ ਜਨਰਲ ਜਿਹੜੇ ਫੌਜ ਦੇ ਸਭ ਤੋਂ ਵੱਡੇ ਅਹੁਦੇ ਤੇ ਰਹੇ ਜਨਰਲ ਜੇ ਸਿੰਘ, ਜਿਨ੍ਹਾਂ ਨੂੰ ਉਹ ਇਲਾਕੇ ਤੋਂ ਲੈ ਕੇ ਪੂਰੇ ਦੇਸ਼ ਦੇ ਅੰਦਰ ਚੀਨ ਦੇ ਨਾਲ ਕਿਸ ਤਰ੍ਹਾਂ ਦੀ ਪਾਲਿਸੀ ਰਹੀ ਉਹਨਾਂ ਦੇ ਦੌਰ 'ਚ ਔਰ ਕਿਸ ਤਰੀਕੇ ਦੇ ਨਾਲ ਨਿਪਟਿਆ ਜਾਵੇ ਔਰ ਚੀਨ ਨੂੰ ਜਵਾਬ ਕੀ ਹੋਣ, ਉਸ ਮਸਲੇ ਦੇ ਉੱਤੇ ਇੱਕ ਪੂਰੀ ਸਮਝ ਹੈ। ਔਰ ਸਵਾਗਤ ਹੈ ਤੁਹਾਡਾ ਜਨਰਲ ਜੇ ਸਿੰਘ ਜੀ, ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਧੰਨਵਾਦ ਜੀ ਤੁਹਾਡਾ। ਫਤਿਹ, ਸਤਿ ਸ਼੍ਰੀ ਅਕਾਲ ਜੀ। ਜਨਰਲ ਸਾਹਿਬ, ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਹਾਲਾਤ ਬਣੇ ਨੇ, ਤੁਹਾਨੂੰ ਕੀ ਲੱਗਦਾਗਾ ਜਿਹੜਾ LAC ਦੇ ਉੱਤੇ ਜੋ ਵਿਵਾਦ ਹੋਇਆ ਪਿਛਲੇ ਦੌਰ ਦੇ ਅੰਦਰ, ਉਹਦੇ ਲਈ ਕਿਸ ਤਰ੍ਹਾਂ ਦੀ, ਜੇ ਆਪਾਂ ਰਣਨੀਤੀ ਕਹੀਏ, ਨੀਤੀ ਕਹੀਏ, ਕਿਸ ਤਰ੍ਹਾਂ ਦੀ ਨੀਤੀ ਦੀ ਲੋੜ ਆ ਭਾਰਤ ਨੂੰ ਇਸ ਟਾਈਮ? ਯਾਦਵਿੰਦਰ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਸਾਡੀ ਫੌਜਾਂ ਨੂੰ ਜਿੰਨਾ ਵੀ ਅਸੀਂ ਮਜ਼ਬੂਤ ਕਰ ਸਕਦੇ ਹਾਂ ਕਰੀਏ, ਤਾਂ ਕਿ ਅਸੀਂ ਨਾ ਸਿਰਫ ਚੀਨ ਦੇ ਵੱਲ ਦੇਖੀਏ ਬਲਕਿ ਆਪਣੇ ਪੱਛਮ ਦੀ ਵੱਲ ਪਾਕਿਸਤਾਨ ਦੇ ਸਰਹੱਦ ਵੀ ਜਿਹੜੀ ਹੈਗੀ ਉਹਦੇ ਉੱਤੇ ਅਸੀਂ ਨਿਗਰਾਨੀ ਰੱਖੀਏ ਜੀ। ਤੇ ਸਾਡੇ ਫੌਜਾਂ ਨੂੰ ਹਰ ਹਾਲਤ ਵਿੱਚ ਸક્ષਮ ਰਹਿਣਾ ਚਾਹੀਦਾ, ਮਜ਼ਬੂਤ ਰਹਿਣਾ ਚਾਹੀਦਾ ਔਰ ਸਤਰਕ ਰਹਿਣਾ ਚਾਹੀਦਾ, ਅਲਰਟ ਰਹਿਣਾ ਚਾਹੀਦਾ, ਤਾਂ ਕਿ ਅਸੀਂ ਕੋਈ ਵੀ ਚੁਣੌਤੀ ਸਾਡੇ ਸਾਹਮਣੇ ਪੇਸ਼ ਹੋਏ ਉਹਨੂੰ ਅਸੀਂ ਕਾਮਯਾਬੀ ਨਾਲ ਉਹਦੇ ਮਤਲਬ ਉਹਨੂੰ ਫੇਸ ਕਰ ਸਕੀਏ। ਜੀ ਜੀ। ਹੁਣ ਮੈਂ ਇਹ ਕਹਿਣਾ ਚਾਹਨਾ ਜੀ ਕਿ ਚੀਨ ਨੇ ਹੁਣ ਜੋ ਅਕਸਾਈ ਚੀਨ ਦੇ ਇਲਾਕੇ ਵਿੱਚ ਕਾਰਵਾਈ ਕੀਤੀ ਹੈ, ਇਹ ਇੱਕ ਕਿਸਮ ਦਾ ਧੋਖਾ ਹੈ, ਕਿਉਂਕਿ ਸਾਡੇ ਦੋਨੋਂ ਦੇਸ਼ਾਂ ਦੇ ਵਿੱਚ ਟ੍ਰੀਟੀਜ਼ ਹੈਗੀਆਂ, ਸੰਧੀ ਹੈਗੀਆਂ, ਜਿਹਦੇ 'ਚ ਅਸੀਂ ਐਗਰੀਮੈਂਟ ਕੀਤੀਆਂ ਕਿ ਅਸੀਂ ਸ਼ਾਂਤੀਪੂਰਵਕ ਹਰ ਇੱਕ ਚੀਜ਼ ਦਾ ਹੱਲ ਲੱਭਾਂਗੇ। ਜੀ। ਤੇ ਇਹ ਜਿਹੜਾ ਕੰਮ ਕੀਤਾ ਉਹਨਾਂ ਨੇ, ਆਪਣੇ ਫੌਜਾਂ ਨੂੰ ਇੱਧਰ ਭੇਜ ਕੇ ਬਾਰਡਰ ਦੇ ਉੱਤੇ ਟੈਨਸ਼ਨ ਵਧਾਇਆ ਔਰ ਉਹਨੂੰ ਦੇਖਦੇ ਹੋਏ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ ਜੀ। ਮੈਂ ਦੱਸਣਾ ਚਾਹਨਾ ਕਿ ਚੀਨ ਹੁਣ ਸਬਕ ਸਿੱਖ ਗਿਆ ਹੈ ਕਿ ਹਲੇ ਨਹੀਂ ਸਿੱਖਿਆ ਤੇ ਫਿਰ ਅੱਗੇ ਜਾ ਕੇ ਫਿਰ ਹੋਰ ਤਕਲੀਫ ਹੋਏਗੀ। ਅਸੀਂ ਕਿਸੇ ਹਾਲਤ ਵਿੱਚ ਵੀ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਹਦੇ ਇਸ ਚੀਨ ਨੂੰ ਨਹੀਂ ਆਣ ਦੇਵਾਂਗੇ ਜੀ। ਸਰ, ਕੀ ਲੱਗਦਾਗਾ, ਬਹੁਤ ਸਾਰੇ ਇੰਟਰਨੈਸ਼ਨਲ ਲੈਵਲ ਤੇ ਕਿਹਾ ਜਾ ਰਿਹਾ ਕਿ ਜਿਹੜੀ ਕੋਲਡ ਵਾਰ ਆ ਚਾਈਨਾ ਤੇ ਅਮਰੀਕਾ ਦੀ, ਸਾਡੀਆਂ ਅਮਰੀਕਾ ਦੇ ਨਾਲ ਨਜ਼ਦੀਕੀਆਂ ਵੱਧ ਰਹੀਆਂ ਨੇ ਔਰ ਉਸ ਤੋਂ ਇਲਾਵਾ ਚੀਨ ਏਸ਼ੀਆ ਦਾ ਸਰਦਾਰ ਆਪਣੇ ਆਪ ਨੂੰ ਕਹਾਉਂਦਾ ਹੀ ਹੈ ਤੇ ਏਸ਼ੀਆ ਦੇ ਅੰਦਰੋਂ ਭਾਰਤ ਨੂੰ ਹੀ ਇੱਕ ਚੁਣੌਤੀ ਦੇ ਤੌਰ ਦੇ ਉੱਤੇ ਦੇਖਦਾ ਹੈ। ਤਾਂ ਤੁਹਾਨੂੰ ਕੀ ਲੱਗਦਾਗਾ ਇਹ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਜੋ ਕੁਝ ਹੋ ਰਿਹਾ ਉਹਦਾ ਅਸਰ ਵੀ ਹੈ ਜੋ ਚੀਨ ਕਰ ਰਿਹਾ ਹੈਗਾ? ਬਕਾਇਦਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ। ਚੀਨ ਖੁਸ਼ ਨਹੀਂ ਹੈ ਜਦੋਂ ਕਿ ਦੇਖਦਾ ਹੈ ਅਸੀਂ ਅਮਰੀਕਾ ਦੇ ਨਾਲ ਸਾਡੀ ਜਿਹੜੀ ਹੈ ਰਿਲੇਸ਼ਨਸ਼ਿਪ ਹੋਰ ਜ਼ਿਆਦਾ ਗੂੜੀ ਹੋ ਰਹੀ ਹੈ ਜੀ। ਉਹ ਚਾਹੁੰਦਾ ਹੈ ਕਿ ਹਿੰਦੁਸਤਾਨ ਉਹਨਾਂ ਦਾ ਮੁਕਾਬਲਾ ਨਾ ਕਰ ਪਾਏ ਜੀ। ਔਰ ਇਹੀ ਮੌਕਾ ਅੱਛਾ ਜਿਹੜਾ ਹਿੰਦੁਸਤਾਨ ਨੂੰ ਮਿਲਿਆ ਹੈ ਕਿ ਦੁਨੀਆ ਭਰ ਵਿੱਚ ਚੀਨ ਦੇ ਉੱਤੇ ਉਂਗਲੀ ਉਠਾਈ ਜਾ ਰਹੀ ਹੈ, ਕਿਉਂਕਿ ਉਹਨਾਂ ਨੇ ਕੋਰੋਨਾ ਦਾ ਜਿਹੜਾ ਵਾਇਰਸ ਹੈਗਾ ਉਹ ਚੀਨ ਤੋਂ ਨਿਕਲਿਆ ਹੈ ਤੇ ਇਸ ਕਰਕੇ ਹੁਣ ਚੀਨ ਨੇ ਸੋਚਿਆ ਕਿ ਲੋਕਾਂ ਦਾ ਧਿਆਨ ਇੱਧਰ ਨੂੰ ਲੈ ਜਾਈਏ ਤੇ ਇਹ ਬਾਰਡਰ ਤੇ ਜਿਹੜਾ ਹੈਗਾ ਤਨਾਤਨੀ ਜਾਂ ਟੈਨਸ਼ਨ ਵਧਾਈਏ ਔਰ ਕੁਝ ਆਪਣੇ ਉਹਨਾਂ ਦੇ ਪਲਾਨ ਸੀਗੇ ਜਿਹਦੇ ਵਿੱਚ ਕਿ ਉਹ ਸੋਚਦੇ ਸੀਗੇ ਕਿ ਉਹ ਅਬ ਸਾਡਿਆਂ ਨੂੰ ਕਬਜ਼ਾ ਕਰ ਲੈਣਗੇ ਜਿਹਦੇ ਨਾਲ ਕਿ ਉਹਨਾਂ ਨੂੰ ਫਾਇਦਾ ਹੋਏਗਾ ਜੀ। ਸਰ, ਇੱਕ ਜਿਹੜਾ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਹੁਣ ਸਾਨੂੰ ਸੁਰੱਖਿਆ ਕੌਂਸਲ ਦੇ ਅੰਦਰ ਜਿਹੜੀ UN ਦੀ ਸੁਰੱਖਿਆ ਕੌਂਸਲ 2 ਸਾਲ ਦੀ ਮੈਂਬਰਸ਼ਿਪ ਇੱਕ ਤਰ੍ਹਾਂ ਦੀ ਆਰਜੀ ਤੌਰ ਦੇ ਉੱਤੇ ਜੋ ਹੁੰਦੀ ਹੈ, ਜਿਹਦਾ ਲਗਾਤਾਰ ਚੀਨ ਵਿਰੋਧ ਕਰਦਾ ਰਿਹਾ ਕਿ ਭਾਰਤ ਨੂੰ ਸਥਾਈ ਮੈਂਬਰ ਨਹੀਂ ਬਣਾਉਣਾ, ਬਹੁਤ ਸਾਰੀਆਂ ਗੱਲਾਂ ਇਤਿਹਾਸ ਬਾਰੇ ਵੀ ਹੁੰਦੀਆਂ ਨੇ। ਤੁਹਾਨੂੰ ਕੀ ਲੱਗਦਾ ਇਹ ਚੀਨ ਵਾਲੇ ਮਸਲੇ ਨੂੰ ਸਾਨੂੰ ਸਭ ਤੋਂ ਵਧੀਆ ਤਰੀਕਾ ਇਹ ਵੀ ਹੋਏਗਾ ਭਾਰਤ ਨੂੰ ਕਿ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਲੈ ਕੇ ਜਾਣਾ ਚਾਹੀਦਾ ਜੋ ਚੀਨ ਕਰ ਰਿਹਾ ਹੈਗਾ, ਜੋ ਸੰਧੀਆਂ ਸਮਝੌਤਿਆਂ ਨੂੰ ਤੋੜ ਰਿਹਾ ਉਹ?
ਬਿਲਕੁਲ ਸਾਨੂੰ ਹਰ ਕਿਸਮ ਦਾ ਜਿਹੜਾ ਵੀ ਹੱਲ ਕਰਨ ਦਾ ਤਰੀਕਾ ਹੈ ਉਹਨੂੰ ਅਪਣਾਉਣਾ ਪਏਗਾ। ਫੌਜ ਦੇ ਕਾਰਵਾਈ ਹੈਗੀ ਜਿਹੜੀ ਫੌਜੀ ਕਾਰਵਾਈ ਉਹ ਆਖਰੀ ਚੀਜ਼ ਹੋਣੀ ਚਾਹੀਦੀ। ਪਹਿਲੇ ਗੱਲਬਾਤ ਹੋਣੀ ਚਾਹੀਦੀ, ਐਗਰੀਮੈਂਟਸ ਦੇ ਉੱਤੇ ਡਿਸਕਸ਼ਨ ਹੋਣਾ ਚਾਹੀਦਾ, ਭਾਵੇਂ ਉਹ ਮਿਲਟਰੀ ਲੈਵਲ ਤੇ ਹੋਏ ਜਾਂ ਰਾਜਨੀਤਿਕ ਲੈਵਲ ਤੇ ਹੋਏ ਜਾਂ ਡਿਪਲੋਮੈਟਿਕ ਲੈਵਲ ਤੇ ਹੋਏ। ਤੇ ਉਹ ਅਗਰ ਨਹੀਂ ਹੋ ਸਕਦੇ ਕਾਮਯਾਬ ਤਾਂ ਫਿਰ ਸਾਨੂੰ ਤਿਆਰ ਰਹਿਣਾ ਪਏਗਾ ਕਿ ਆਪਣੀ ਦੇਸ਼ ਦੀ ਹਿਫਾਜ਼ਤ ਕਰਨੀ ਹੈ ਤੇ ਫਿਰ ਫੌਜੀ ਤਰੀਕੇ ਨਾਲ ਕਰਾਂਗੇ। ਜੀ ਸਰ, ਕਾਫੀ ਜ਼ਿਆਦਾ ਇਸ ਮਸਲੇ ਤੇ ਪੋਲਿਟਿਕਸ ਵੀ ਹੋਣ ਲੱਗੀ। ਸਿਆਸੀ ਪਾਰਟੀਆਂ ਦਾ ਕੰਮ ਹੁੰਦਾ ਪੋਲਿਟਿਕਸ ਕਰਨਾ, ਬਿਆਨਬਾਜ਼ੀਆਂ ਦੇਣੀਆਂ, ਬਿਆਨਬਾਜ਼ੀਆਂ ਲਗਾਤਾਰ ਹੋ ਰਹੀਆਂ ਨੇ। ਤੁਸੀਂ ਤੇ ਜਨਰਲ ਰਹੇ ਹੋ, ਭਾਰਤੀ ਫੌਜ ਦੇ ਜਨਰਲ ਰਹੇ ਹੋਗੇ, ਤੁਸੀਂ ਤਾਂ ਇਸ ਇਲਾਕੇ ਸਭ ਕੁਝ ਦੇਖਿਆ ਹੋਊਗਾ ਔਰ ਇਸ ਇਲਾਕੇ ਨੂੰ ਦੇ ਵਿਜ਼ਿਟ ਵੀ ਕੀਤਾ ਹੋਊਗਾ ਔਰ ਚੀਨ ਦੀ ਪੂਰੀ ਪਾਲਿਸੀ ਨੂੰ ਕਾਊਂਟਰ ਕਰਨ ਦੇ ਲਈ ਵੀ ਸਾਰੀ ਇੱਕ ਜੋ ਤਰੀਕਾ ਚੱਲਦਾ ਗਾ। ਤੁਹਾਨੂੰ ਕੀ ਲੱਗਦਾ ਗਾ ਜਿਹੜੀਆਂ ਇਲਜ਼ਾਮਬਾਜ਼ੀਆਂ ਲੱਗ ਰਹੀਆਂ ਨੇ ਉਸ ਦੌਰ ਦੇ ਜਦੋਂ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਸਿਆਸੀ ਪਾਰਟੀਆਂ ਦਾ ਔਰ ਕੀ ਇਤਿਹਾਸ ਜੋ ਕੁਝ ਹੋ ਗਿਆ ਉਹਦੇ ਤੋਂ ਸਬਕ ਲੈਣ ਦੀ ਲੋੜ ਹੁੰਦੀ ਹੈ ਨਾ ਸਿਆਸੀ ਪਾਰਟੀਆਂ ਨੂੰ? ਕਿਉਂਕਿ ਜੇ ਦੇਸ਼ 'ਚ ਹੀ ਏਕਤਾ ਨਹੀਂ ਹੋਏਗੀ, ਚੀਨ ਦੇਖੇਗਾ ਕਿ ਇਹਨਾਂ ਦੀਆਂ ਆਪਸ 'ਚ ਇੰਨੀ ਅੰਡਰਸਟੈਂਡਿੰਗ ਨਹੀਂ ਹੈ ਤਾਂ ਫਿਰ ਦੁਸ਼ਮਣ ਦਾ ਫਾਇਦਾ ਉਠਾਏਗਾ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਮੈਂ ਸਮਝਦਾ ਕਿ ਇਸ ਵੇਲੇ ਚੀਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਬਈ ਇੱਕ ਜਿਹੜੀ ਪ੍ਰਜਾਤੰਤਰ ਹੈ, ਇਹ ਇੰਡੀਅਨ ਡੈਮੋਕ੍ਰੇਸੀ ਹੈ, ਇਹਦੇ ਵਿੱਚ ਓਪੋਜੀਸ਼ਨ ਪਾਰਟੀਆਂ ਦਾ ਰੁਖ ਜਿਹੜਾ ਹੈਗਾ ਉਹਨੂੰ ਦੇਖਦਾ ਪਿਆ ਹੈ। ਔਰ ਚੀਨ ਨੇ ਇਹ ਬਹੁਤ ਪੁਰਾਣਾ ਆਪਣਾ ਇੱਕ ਪਾਲਿਸੀ ਬਣਾਈ ਹੈ, ਇੱਕ ਉਹਨਾਂ ਦੀ ਰਾਜਨੀਤੀ ਹੈ ਜਾਂ ਸਟ੍ਰੈਟਜੀ ਹੈ ਕਿ ਡੈਮੋਕ੍ਰੈਟਿਕ ਦੇਸ਼ਾਂ ਦੇ ਨਾਲ ਕਿਸ ਤਰ੍ਹਾਂ ਵਰਤਾਵ ਹੋਏ। ਜੀ ਉਹਨਾਂ ਦੇ ਦੇਸ਼ ਵਿੱਚ ਹੁਣ ਗਲਵਾਨ ਵਿੱਚ ਜਦੋਂ ਫੌਜਾਂ ਆਈਆਂ ਉਹਨਾਂ ਦੀ ਚੀਨ ਦੀਆਂ, ਉਹ ਐਕਸਰਸਾਈਜ਼ ਕਰ ਰਹੀਆਂ ਸੀ ਉੱਥੇ ਤਿੱਬਤ ਵਿੱਚ, ਉੱਥੋਂ ਉਹਨਾਂ ਨੂੰ ਭੇਜਿਆ ਗਿਆ। ਜੀ ਇਹ ਜਿਹੜੀ ਸਾਜ਼ਿਸ਼ ਬਣਾਈ ਸੀ, ਇਹ ਚੀਨ ਨੇ ਧੋਖੇ ਵਾਲੀ ਸਾਜ਼ਿਸ਼ ਬਣਾਈ ਸੀ ਕਿ ਹਿੰਦੁਸਤਾਨ ਨੂੰ ਅਸੀਂ ਅਚਾਨਕ ਇਹ ਪੇਸ਼ ਕਰ ਦਈਏ ਚੁਣੌਤੀ ਜਿਹਦੇ ਨਾਲ ਸਾਡਾ ਕੰਮ ਠੀਕ ਹੋ ਜਾਏਗਾ, ਅਸੀਂ ਕਾਮਯਾਬ ਹੋਵਾਂਗੇ। ਜੀ ਚੀਨ ਨੇ ਇੱਕ ਰਣਨੀਤੀ ਬਣਾਈ ਹੈ ਕਿ ਡੈਮੋਕ੍ਰੇਸੀਜ਼ ਦੀ ਜਿਹੜੀ ਕਮਜ਼ੋਰੀਆਂ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਓਪੋਜੀਸ਼ਨ ਪਾਰਟੀ ਵਾਲੇ ਆਵਾਜ਼ ਕੱਢ ਰਹੇ ਨੇ ਗਵਰਨਮੈਂਟ ਦੇ ਖਿਲਾਫ, ਹੋਰ ਮੀਡੀਆ ਵਿੱਚ ਵੀ ਆ ਰਿਹਾ ਹੈ, ਹੋਰ ਜਿਹੜੇ ਸੋਚ ਵਿਚਾਰ ਸੋਸ਼ਲ ਮੀਡੀਆ ਉੱਥੇ ਵੀ ਕ੍ਰਿਟਿਸਿਜ਼ਮ ਹੋ ਰਹੀ ਹੈ। ਉਹ ਜਾਣਦੇ ਨੇ ਡੈਮੋਕ੍ਰੈਟਿਕ ਕੰਟਰੀ ਵਿੱਚ ਜਿੱਥੇ ਪ੍ਰਜਾਤੰਤਰ ਹੈ ਉੱਥੇ ਕਿਸ ਤਰ੍ਹਾਂ ਅਸੀਂ ਹੋਰ ਉਹਨਾਂ ਨੂੰ ਚੱਕਰ ਚ ਪਾਈਏ। ਆਹ ਬੜੀ ਗੱਲ ਸਮਝਣ ਵਾਲੀ ਹੈ। ਉਹਨਾਂ ਨੇ ਇਸ ਚੀਜ਼ ਦੇ ਉੱਤੇ ਅੱਜ ਤੋਂ 100 ਸਾਲ ਪਹਿਲੇ ਤੋਂ ਬਣਾਇਆ ਹੋਇਆ ਆਪਣਾ ਜਿਹੜਾ ਪਾਲਿਸੀ ਹੈ ਕਿ ਵੀ ਡੈਮੋਕ੍ਰੇਸੀਜ਼ ਨੂੰ ਕਿਸ ਤਰ੍ਹਾਂ ਚੱਕਰ ਵਿੱਚ ਪਾਈਏ, ਉਹਨਾਂ ਦੀ ਕਮਜ਼ੋਰੀਆਂ ਕੀ ਨੇ, ਉਹਨਾਂ ਦਾ ਫਾਇਦਾ ਕਿਸ ਤਰ੍ਹਾਂ ਅਸੀਂ ਉਠਾ ਸਕਦੇ ਹਾਂ। ਹੁਣ ਤੁਸੀਂ ਆਪ ਦੇਖ ਰਹੇ ਹੋ ਸਾਡੇ ਪੋਲੀਟੀਕਲ ਪਾਰਟੀ ਜਿਹੜੇ ਨੇ ਉਹ ਰੌਲਾ ਪਾਈ ਜਾਂਦੇ ਨੇ ਕਿ ਬਈ ਚੀਨੀ ਅੰਦਰ ਆਏ, ਕਿਉਂ ਆਏ, ਕਿਸ ਤਰ੍ਹਾਂ ਆਏ, ਅਸੀਂ ਕੀ ਕਰ ਰਹੇ ਸੀ। ਹੁਣ ਉਹਨਾਂ ਨੂੰ ਧੱਕਾ ਮਾਰ ਕੇ ਉਹਨਾਂ ਦੇ ਦੰਦ ਖੱਟ ਕੀਤੇ, ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ, ਉਹਦੀ ਗੱਲ ਨਹੀਂ ਕਰ ਰਹੇ ਜੀ। ਤੇ ਇਹ ਚੀਨ ਖੁਸ਼ ਹੈ ਕਿ ਵੀ ਹਿੰਦੁਸਤਾਨ ਵਿੱਚ ਅਸੀਂ ਉਹਨਾਂ ਨੂੰ ਚੱਕਰਾਂ 'ਚ ਪਾ ਰਹੇ ਹਾਂ ਤੇ ਸਾਨੂੰ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ। ਆਹ ਬੜੀ ਜ਼ਰੂਰੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਜਿਹੜਾ ਇਹ ਮਸਲਾ ਹੈ ਇਹ ਸ਼ੁਰੂ ਹੋਇਆ ਸੀ 1962 ਤੋਂ ਪਹਿਲੇ ਜੀ। ਮਤਲਬ ਜਦੋਂ ਚੀਨ ਨੇ ਇੱਥੇ ਅਕਸਾਈ ਚੀਨ ਦੇ ਏਰੀਆ 'ਚ ਸੜਕ ਬਣਾਉਣੀ ਸ਼ੁਰੂ ਕੀਤੀ, ਉਹ ਸਨ 1951 ਸ਼ੁਰੂ ਕੀਤੀ ਜਦੋਂ ਉਹਨਾਂ ਨੇ ਐਡਵਾਂਸ ਕੀਤਾ ਉੱਥੋਂ ਤਿੱਬਤ ਦਾ ਕਬਜ਼ਾ ਕਰਨ ਵਾਸਤੇ। ਬਿਲਕੁਲ। ਤੇ ਉਹ ਸੜਕ ਨੂੰ ਜਿਸ ਨੂੰ ਅਕਸਾਈ ਚੀਨ ਹਾਈਵੇ ਕਹਿੰਦੇ ਆ, ਉਹਦਾ ਨੰਬਰ ਹੈ G219 ਜੀ। ਉਹ ਹੁਣ ਬਹੁਤ ਸੋਹਣੀ ਹਾਈਵੇ ਬਣ ਗਈ ਹੈ, ਬਿਲਕੁਲ ਇੰਟਰਨੈਸ਼ਨਲ ਸਟੈਂਡਰਡ ਦੀ। ਉਹ ਹਾਈਵੇ ਹਿੰਦੁਸਤਾਨ ਦੇ ਇਲਾਕੇ ਤੋਂ ਨਿਕਲਦੀ ਹੈ ਜੀ। ਉਸ ਕਰਕੇ ਉਹਨੂੰ ਬਚਾਉਣ ਵਾਸਤੇ, ਉਹਨੂੰ ਥੋੜਾ ਸੁਰੱਖਿਆ ਦੇਣ ਵਾਸਤੇ, ਉਹਦੀ ਸਿਕਿਉਰਿਟੀ ਵਾਸਤੇ ਉਹਨਾਂ ਨੇ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਬਣਾਈ ਸੀ ਜੀ, ਉਹ ਮਤਲਬ ਉਹਦੇ ਪੂਰਬ ਦੀ ਵੱਲ ਕੀਤਾ ਨੇ, ਪੂਰਬ ਦੇ ਵੱਲ ਨਹੀਂ, ਪੱਛਮ ਦੇ ਵੱਲ ਕੀਤਾ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਬਣਾਇਆ ਜੀ। ਤੇ ਉਹ ਜਿਹੜੀ ਸੜਕ ਹੈ ਉਹਨੂੰ ਇੱਕ ਕਿਸਮ ਦਾ ਸਮਝ ਲਓ ਬਫਰ ਦੇਤਾ ਹੈ ਜਾਂ ਕੁਸ਼ਨ ਦਿੱਤਾ ਹੈ ਜੀ। ਔਰ ਹਿੰਦੁਸਤਾਨ ਦੀ ਫੌਜਾਂ
ਉਸ ਰੋਡ ਦੇ ਵਿੱਚ ਇੰਟਰਫੀਅਰੈਂਸ ਨਾ ਕਰ ਸਕਣ, ਤੇ ਉਹਨਾਂ ਨੇ ਇੱਕ ਲਾਈਨ ਇਹੋ ਜਿਹੀ ਬਣਾਈ ਹੈ ਜਿਹਨੂੰ ਲਾਈਨ ਆਫ ਐਕਚੁਅਲ ਕੰਟਰੋਲ ਕਹਿੰਦੇ ਨੇ। ਜੀ ਜੀ। ਕਿਉਂਕਿ 62 ਵਿੱਚ ਜਦੋਂ ਉਹਨਾਂ ਨੇ ਸੀਜ਼ ਫਾਇਰ ਕਰ ਦਿੱਤਾ ਸੀ ਯੂਨੀਲੈਟਰਲ, ਉਸ ਵੇਲੇ ਉਹਨਾਂ ਨੇ ਕਿਹਾ ਜੀ ਆਹ ਏਰੀਆ ਸਾਡਾ ਹੈ, ਉਹਦੇ ਵਿੱਚ ਉਹਨਾਂ ਨੇ ਸਭ ਕੁਝ ਸ਼ਾਮਿਲ ਕੀਤਾ ਜਿਹੜਾ ਉਹਨਾਂ ਨੂੰ ਜ਼ਰੂਰੀ ਹੈ ਉਹ ਸੜਕ ਨੂੰ ਮੱਦੇਨਜ਼ਰ ਰੱਖਦੇ ਹੋਏ। ਜੀ ਠੀਕ ਹੈ। ਤੇ ਇਸ ਕਰਕੇ ਹੁਣ ਅਸੀਂ ਜਿਹੜੀ ਸੜਕ ਬਣਾ ਰਹੇ ਹਾਂ ਔਰ ਜਿਹੜੀ ਆਲਮੋਸਟ ਬਣ ਗਈ ਹੈ, ਜਿਹੜੀ ਲੇਹ ਤੋਂ ਲੈ ਕੇ ਸ਼ੋਕ, ਦਾਰਬੁਕ ਔਰ ਦੌਲਤ ਬੇਗ ਓਲਦੀ ਤੱਕ ਜਾਂਦੀ ਹੈ। ਦੌਲਤ ਬੇਗ ਓਲਦੀ ਇੱਕ ਜਗ੍ਹਾ ਹੈ ਜਿਹੜੀ ਕਿ ਕਾਰਾਕੋਰਮ ਪਾਸ ਦੇ ਕੋਲ ਹੀ ਹੈ। ਜੀ ਜੀ। ਉਹ ਸੜਕ ਨੂੰ ਉਹਦੇ ਉੱਤੇ ਆਪਣਾ ਪ੍ਰਭਾਵ ਕਰਨ ਵਾਸਤੇ, ਉਹਦੇ ਉੱਤੇ ਆਪਣੀ ਡੋਮੀਨੇਸ਼ਨ ਕਰਨ ਵਾਸਤੇ ਚੀਨ ਨੇ ਗਲਵਾਨ ਦੇ ਇਲਾਕੇ ਵਿੱਚ ਔਰ ਪੰਗਾਓ ਸੋ ਦੇ ਇਲਾਕੇ ਵਿੱਚ ਅੱਗੇ ਐਡਵਾਂਸ ਕੀਤਾ, ਉਹ ਲਾਈਨ ਆਫ ਐਕਚੁਅਲ ਕੰਟਰੋਲ ਦੇ ਅੱਗੇ ਆਏ। ਜੀ ਜੀ। ਅਸੀਂ ਫਿਰ ਉਹਨੂੰ ਉੱਥੇ ਰੋਕਿਆ ਔਰ ਜਿਹੜਾ ਤਰੀਕਾ ਸੀਗਾ ਐਗਰੀਮੈਂਟ ਦੇ ਮੁਤਾਬਿਕ ਕਿ ਬਈ ਗੱਲ ਕਰਕੇ ਉਹਨਾਂ ਨੂੰ ਕਹੋ ਤੁਸੀਂ ਵਾਪਸ ਮੁੜ ਜਾਓ, ਉਹੀ ਅਸੀਂ ਇਨਸਿਸਟ ਕਰ ਰਹੇ ਸੀਗੇ। ਲੇਕਿਨ 15-16 ਦੀ ਰਾਤ ਨੂੰ ਜਿਹੜਾ ਹਾਦਸਾ ਹੋਇਆ ਉਹਦੇ ਵਿੱਚ ਚੀਨੀਆਂ ਨੇ ਧੋਖਾ ਦਿੱਤਾ ਔਰ ਸੋਚਿਆ ਸੀ ਕਿ ਹਿੰਦੁਸਤਾਨੀ ਫੌਜਾਂ ਨੂੰ ਅਸੀਂ ਮਾਰ ਕੁੱਟ ਕੇ ਵਾਪਸ ਕਰ ਦਾਂਗੇ, ਪਰ ਉਹਨਾਂ ਨੂੰ ਮਹਿੰਗਾ ਪਿਆ ਸੌਦਾ ਔਰ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਬਿਲਕੁਲ। ਹੁਣ ਜੀ ਜੀ ਗੱਲ ਇਹ ਹੈ ਜਿਹੜਾ ਚੀਨ ਦਾ ਇਹ ਇਰਾਦਾ ਸੀਗਾ ਉਹ ਨਾਕਾਮ ਹੋਇਆ। ਜੀ। ਉਹਨਾਂ ਦਾ ਇਰਾਦਾ ਸੀਗਾ ਅਸੀਂ ਉਹ ਚੋਟੀਆਂ ਅੱਗੇ ਵੱਧ ਕੇ ਕਾਬੂ ਕਰ ਲਈਏ ਜਿੱਥੋਂ ਅਸੀਂ ਇਸ ਸੜਕ ਦੇ ਉੱਤੇ ਨਿਗਰਾਨੀ ਰੱਖ ਸਕਦੇ ਹਾਂ, ਇੰਟਰਫੀਅਰੈਂਸ ਕਰ ਸਕਦੇ ਹਾਂ, ਡੋਮੀਨੇਸ਼ਨ ਕਰ ਸਕਦੇ ਹਾਂ। ਜੀ ਜੀ। ਤੇ ਕਹਿਣ ਦਾ ਮਤਲਬ ਇਹ ਹੈ ਕਿ ਇੰਡੀਆ ਨੇ ਉਹਨਾਂ ਨੂੰ ਦੱਸਤਾ ਕਿ ਹੁਣ ਇੱਕ ਫੌਲਾਦੀ ਮੌਕਾ ਮਿਲੇਗਾ ਤੁਹਾਨੂੰ, ਇਹ ਇੰਡੀਆ ਜਿਹੜਾ ਹੈ ਨਿਊ ਇੰਡੀਆ, ਇਹ ਤੁਹਾਨੂੰ ਅੱਗੇ ਨਹੀਂ ਵਧਣ ਦੇਗਾ ਔਰ ਤੁਸੀਂ ਜਿੱਥੇ ਪਹਿਲੇ ਸੀਗੇ ਉੱਥੇ ਵਾਪਸ ਚਲੇ ਜਾਓ। ਬਿਲਕੁਲ ਸਰ, ਕਾਫੀ ਜ਼ਿਆਦਾ ਪ੍ਰਸ਼ੰਸਾ ਹੋਈ ਕਿਉਂਕਿ ਸਿੱਖ ਰੈਜੀਮੈਂਟ ਦੀ ਕਾਫੀ ਬਾਅਦ ਚੋਂ ਪ੍ਰਸ਼ੰਸਾ ਹੋਈ, ਬਹੁਤ ਸਾਰੇ ਮੀਡੀਆ ਦੇ ਹਵਾਲੇ ਨਾਲ ਇਹ ਖਬਰਾਂ ਆਈਆਂ। ਕਾਲੋਂ ਹੋਰੀ, ਬ੍ਰਿਗੇਡੀਅਰ ਕਾਲੋਂ ਨੇ ਉਹ ਕਹਿ ਰਹੇ ਸੀਗੇ ਕਿ ਰੈਜੀਮੈਂਟਾਂ ਜਿਸ ਤਰ੍ਹਾਂ ਪਹਿਲਾਂ ਪੂਰਨ ਤੌਰ ਦੇ ਉੱਤੇ ਹੁੰਦੀਆਂ ਸੀ, ਉਸ ਤੋਂ ਬਾਅਦ ਉਹ ਥੋੜੀ ਡੇਵੀਏਸ਼ਨ ਆਈ ਵੱਖ-ਵੱਖ ਰੈਜੀਮੈਂਟਾਂ ਦੇ ਅੰਦਰ, ਜਿਵੇਂ ਇਕੱਠੇ ਹੁੰਦੇ ਸੀ, ਜਿਵੇਂ ਡੋਗਰਾ ਤੇ ਸਿੱਖ ਬਾਰੇ ਕਹਿੰਦੇ ਹੁੰਦੇ ਸੀਗੇ। ਤਾਂ ਤੁਹਾਨੂੰ ਕੀ ਲੱਗਦਾ ਉਹੀ ਤਰੀਕਾ ਹੋਣਾ ਚਾਹੀਦਾ ਪੁਰਾਣਾ? ਦੇਖੋ ਉਹ ਜਿਹੜਾ ਰਿਵਾਇਤੀ ਤਰੀਕਾ ਹੈ ਉਹਨੂੰ ਬਦਲੀ ਨਹੀਂ ਕਰਨਾ ਚਾਹੀਦਾ। ਉਹਦੇ ਨਾਲ ਯੂਨਿਟਾਂ ਦੀ ਜਿਹੜੀ ਹੈ ਨਾ ਮੋਰਲ, ਮੋਟੀਵੇਸ਼ਨ ਲੈਵਲ ਔਰ ਇਕਜੁੱਟ ਹੋ ਕੇ ਲੜਨ ਦਾ, ਭਾਸ਼ਾ ਦੀ ਤਰਫੋਂ, ਖਾਣ ਪੀਣ ਦੇ ਤਰਫੋਂ, ਉਹ ਸਭ ਜਿਹੜੀਆਂ ਚੀਜ਼ਾਂ ਇੱਕ ਹੁੰਦੀਆਂ ਨੇ। ਉਹ ਪਹਿਲੇ ਦਾ ਜਿਹੜਾ ਰਿਵਾਇਤੀ ਤਰੀਕਾ ਸੀ ਉਹੀ ਚੱਲਣਾ ਚਾਹੀਦਾ, ਉਹਦੇ 'ਚ ਬਦਲਾਵ ਨਹੀਂ ਆਉਣਾ ਚਾਹੀਦਾ। ਹੁਣ ਜਿਹੜੀਆਂ ਕਈ ਰੈਜੀਮੈਂਟ ਬਾਅਦ 'ਚ ਖੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਆਲ ਇੰਡੀਆ ਕੰਪੋਜੀਸ਼ਨ ਮਿਕਸਚਰ ਕੀਤਾ ਉਹਨਾਂ ਨੇ, ਤੇ ਉਹ ਜਿਹੜਾ ਹੈਗਾ ਉਹ ਦੇਸ਼ ਦੀ ਪਾਲਿਸੀ ਹੈ। ਪਰ ਮੈਂ ਸਮਝਦਾ ਜਿਹੜੀਆਂ ਪੁਰਾਣੀ ਰੈਜੀਮੈਂਟ ਹੈਗੀਆਂ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਹੱਥ ਨਹੀਂ ਲਾਇਆ, ਕੋਈ ਬਦਲਾਵ ਨਹੀਂ ਆਇਆ। ਜੀ ਜੀ ਜੀ। ਸਰ, ਇੱਕ ਸਿਆਚਨ ਤੇ ਅਰੁਣਾਚਲ ਦੀ ਕਾਫੀ, ਅਰੁਣਾਚਲ ਪ੍ਰਦੇਸ਼ ਦੇ ਬਾਰੇ ਗੱਲਬਾਤ ਹੋ ਰਹੀ ਹੈ। ਸਿਆਚਨ ਨੂੰ ਲੈ ਕੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਚਰਚਾਵਾਂ ਤੁਰੀਆਂ ਹੋਈਆਂ ਨੇ। ਤੁਸੀਂ ਕੀ ਦੇਖ ਰਹੇ ਹੋਗੇ ਇਹਨਾਂ ਖੇਤਰਾਂ ਦੇ ਅੰਦਰ? ਕੀ ਮਤਲਬ ਭਾਰਤ ਦੀ ਵੱਖ-ਵੱਖ ਤੌਰ ਦੇ ਉੱਤੇ ਵੱਖ-ਵੱਖ ਖੇਤਰਾਂ ਦੇ ਅੰਦਰ ਚੀਨ ਨਾਲ ਨਿਪਟਣ ਦੀ ਕੀ ਰਣਨੀਤੀ ਹੋਣੀ ਚਾਹੀਦੀ ਹੈ? ਦੇਖੋ ਜੀ, ਸਾਡਾ ਜਿਹੜਾ ਚੀਨ ਦੇ ਨਾਲ ਫਰੰਟੀਅਰ ਹੈਗਾ ਉਹ 4057 ਕਿਲੋਮੀਟਰ ਹੈਗਾ, ਇੰਨਾ ਲੰਬਾ ਫਰੰਟੀਅਰ ਹੈ। ਔਰ ਉਹਦੇ ਵਿੱਚ ਵਾਦ ਵਿਵਾਦ ਜਾਂ ਡਿਸਪਿਊਟਡ ਏਰੀਆ 23 ਹੈਗੇ ਨੇ। ਜੀ ਜੀ। ਉਹਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨੇ ਔਰ ਹਿਮਾਚਲ ਪ੍ਰਦੇਸ਼ ਮਤਲਬ ਉੱਤਰਾਖੰਡ ਦੇ ਵਿੱਚ ਨੇ ਔਰ ਇਹਦੇ ਨਾਲ ਨਾਲ ਲਦਾਖ ਵਿੱਚ ਨੇ। ਹੁਣ ਅਸੀਂ ਚੀਨ ਦੇ ਨਾਲ ਇਹੀ ਕਹਿਣਾ ਹੈ ਕਿ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਅਸੀਂ ਉਹਨੂੰ ਇੱਕ ਕਿਸਮ ਦਾ ਹੱਦਬੰਦੀ ਉਹਦੀ ਕਰ ਦਈਏ। ਉਹਦੇ ਨਾਲ ਕੀ ਹੋਏਗਾ ਕਿ ਅਗਰ ਇਹ ਚੁਣੌਤੀਆਂ ਜਿਹੜੀਆਂ ਇੱਕ ਦੂਜੇ ਨੂੰ ਦਿੰਦੇ ਹਾਂ ਅਸੀਂ, ਇਹ ਜਿਹੜਾ ਟੈਨਸ਼ਨ ਹੈਗਾ ਲਾਈਨ ਆਫ ਐਕਚੁਅਲ ਕੰਟਰੋਲ ਤੇ ਔਰ ਉਹਨੂੰ ਖਤਮ ਕਰਨ ਵਾਸਤੇ ਆਹ ਲਾਈਨ ਆਫ ਐਕਚੁਅਲ ਕੰਟਰੋਲ ਅਸੀਂ ਦੋਨੋਂ ਮਿਲ ਕੇ ਉਹਦਾ ਫੈਸਲਾ ਕਰ ਲਈਏ। ਪਰ ਚੀਨ ਨਹੀਂ ਚਾਹੁੰਦਾ, ਚੀਨ ਨਹੀਂ ਚਾਹੁੰਦਾ ਔਰ ਉਹ ਚਾਹੁੰਦਾ ਹੈ ਕਿ ਕੋਈ ਫਸਾਦ ਬਣਿਆ ਰਵੇ ਜਿਹਦੇ ਨਾਲ ਇੰਡੀਆ ਤੇ ਅਸੀਂ ਪ੍ਰੈਸ਼ਰ ਪਾ ਸਕਦੇ ਹਾਂ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਆਪ ਕਿੰਨਾ ਨੁਕਸਾਨ ਹੋ ਰਿਹਾ ਹੈ। ਹੁਣ ਇਸ ਵੇਲੇ ਜੀ ਜਿਨਪਿੰਗ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ।
ਉਹਦਾ ਇੱਕ ਤੇ ਤਾਇਵਾਨ ਦੇ ਨਾਲ ਪ੍ਰੋਬਲਮ ਖੜਾ ਹੋਇਆ ਹੈ, ਉਹਦੇ ਨਾਲ ਸਾਊਥ ਚਾਈਨਾ ਸੀ ਵਿੱਚ ਵੀ ਉਹ ਆਪਣੀ ਐਗਰੈਸਿਵ ਤਰੀਕੇ ਨਾਲ ਏਰੀਆ ਦੇ ਉੱਤੇ ਕਲੇਮ ਕਰ ਰਿਹਾ ਹੈ ਜੀ। ਉਹਦੇ ਨਾਲ ਹਾਂਗਕਾਂਗ ਦਾ ਮਾਮਲਾ ਵੀ ਹੈਗਾ ਜਿਹਦੇ ਕਿ ਲੋਕਾਂ ਦੇ ਜਿਹੜੇ ਰਾਈਟਸ ਨੇ, ਲੋਕਾਂ ਦੀਆਂ ਜਿਹੜੀਆਂ ਡਿਮਾਂਡ ਨੇ ਉਹਨੂੰ ਕਮਿਊਨਿਸਟ ਤਰੀਕੇ ਚ ਕਨਵਰਟ ਕਰ ਰਿਹਾ ਹੈ ਔਰ ਇੱਕ ਨਵਾਂ ਲਾਅ ਬਣਾਇਆ ਉਹਨੇ। ਔਰ ਉਹਦੇ ਨਾਲ ਸਭ ਤੋਂ ਜਿਹੜਾ ਹੁਣ ਹਾਵੀ ਪਿਆ ਚਾਈਨਾ ਤੇ ਉਹ ਕੋਵਿਡ ਦਾ ਹੈਗਾ, ਜਿਹੜਾ ਕੋਵਿਡ ਦਾ ਇਹ ਪੈਂਡੇਮਿਕ ਸ਼ੁਰੂ ਹੋਇਆ, ਇਹ ਕੋਰੋਨਾ ਵਾਲਾ, ਇਹਦੇ ਨਾਲ ਸਾਰੀ ਦੁਨੀਆ ਉਹਨਾਂ ਦੀ ਤਰਫ ਦੇਖ ਰਹੀ ਹੈ। ਉਹਨੇ ਸੋਚਿਆ ਚਲੋ ਅਸੀਂ ਦੁਨੀਆ ਦਾ ਧਿਆਨ ਉੱਥੋਂ ਹਟਾ ਕੇ ਇਹ ਇੰਡੀਆ ਤੇ LAC ਦੇ ਉੱਤੇ, ਸਰਹੱਦ ਦੇ ਉੱਤੇ ਅਸੀਂ ਟੈਨਸ਼ਨ ਕ੍ਰੀਏਟ ਕਰੀਏ, ਇਹ ਪਲਾਨ ਸੀ ਉਹਨਾਂ ਦਾ। ਔਰ ਨਾਲ ਦੇ ਨਾਲ ਪਲਾਨ ਵਿੱਚ ਉਹਨਾਂ ਨੇ ਇਹ ਵੀ ਮੰਨ ਕੇ ਚੱਲੇ ਸੀਗੇ ਕਿ ਅਸੀਂ ਕੁਝ ਐਸੀ ਚੋਟੀਆਂ ਨੂੰ ਕਬਜ਼ਾ ਕਰ ਲਾਂਗੇ ਜਿਹਦੇ ਨਾਲ ਸਾਨੂੰ ਇੰਡੀਆ ਇਹ ਸੜਕ ਬਣੀ ਹੈ ਔਰ ਇਹ ਦਰਿਆ ਦੇ ਉੱਤੇ ਬ੍ਰਿਜ ਬਣੇ ਨੇ, ਇਹਨਾਂ ਦੇ ਉੱਤੇ ਸਾਡਾ ਕੰਟਰੋਲ ਹੋਏ, ਮਤਲਬ ਅਸੀਂ ਦੇਖ ਸਕੀਏ ਕਿ ਇਹ ਕੀ ਕਰ ਰਹੇ ਨੇ। ਇਸ ਕਰਕੇ ਉਹਨਾਂ ਨੇ ਇਹ ਪਲਾਨ ਬਣਾਇਆ ਸੀਗਾ ਪਰ ਉਹ ਕਾਮਯਾਬ ਹੋਇਆ ਨਹੀਂ, ਕਿਉਂਕਿ ਇੰਡੀਅਨ ਆਰਮ ਫੋਰਸਿਸ ਨੇ ਬੜੇ ਦਲੇਰੀ ਨਾਲ, ਬੜੀ ਬਹਾਦਰੀ ਨਾਲ ਚੀਨ ਨੂੰ ਸਬਕ ਸਿਖਾਇਆ ਔਰ ਉਹਨੂੰ ਹੁਣ ਪਿੱਛੇ ਜਾਣ ਵਾਸਤੇ ਮਜਬੂਰ ਕੀਤਾ। ਸਰ ਤੁਹਾਨੂੰ ਕੀ ਲੱਗਦਾਗਾ, ਜਨਰਲ ਸਾਹਿਬ ਤੁਸੀਂ ਤੇ ਸਭ ਤੋਂ ਵੱਡੇ ਅਹੁਦੇ ਤੇ ਰਹੇ ਹੋ, ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, 2-3 ਤਰ੍ਹਾਂ ਦੇ ਵਿਊ ਬਣ ਰਹੇ ਨੇ। ਇੱਕ ਵਿਊ ਆ ਕਿ ਜਵਾਬ ਬਹੁਤ ਸਖਤ ਤਰੀਕੇ ਦੇ ਨਾਲ ਫੌਜੀ ਤਰੀਕਾ ਹੋਣਾ ਚਾਹੀਦਾ ਹੈ, ਦੂਜੇ 2 ਤਰੀਕਿਆਂ ਤੇ ਗੱਲ ਹੋ ਰਹੀ ਹੈ, ਇੱਕ ਤਾਂ ਮਿਲਟਰੀਲੀ ਤਰੀਕਾ ਹੈਗਾ, ਦੂਸਰਾ ਤਰੀਕਾ ਡਿਪਲੋਮੈਸੀ ਹੈ ਔਰ ਤੀਸਰਾ ਤਰੀਕਾ ਇੱਕ ਪੋਲੀਟੀਕਲ ਸੋਲੂਸ਼ਨ ਹੈ ਕਿ ਪੋਲੀਟੀਕਲ ਹੱਲ ਹੋਣਾ ਚਾਹੀਦਾ ਇਸ ਮਸਲੇ, ਯਾਨੀ ਜਿਹੜੀ ਪੋਲੀਟੀਕਲ ਟਾਕਸ ਨੇਗੀਆਂ, ਡਾਇਲੋਗ ਆਗਾ, ਉਹ ਹੋਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਇਹਦਾ ਹੱਲ ਕੀ ਦੇਖ ਰਹੇ ਹੋ ਤੁਸੀਂ ਇਸ ਮਸਲੇ ਦਾ? ਯਾਦਵਿੰਦਰ ਜੀ, ਪਹਿਲੀ ਗੱਲ ਤੇ ਹੈ ਕਿ ਸਾਡੀ ਫੌਜ ਜਿਹੜੀ ਹੈ ਜੀ, ਉਹ ਹੁਣ ਬਹੁਤ ਮਜ਼ਬੂਤ ਹੈ, ਸਤਰਕ ਹੈ, ਸਾਰਾ ਕੁਝ ਜੋ ਕੁਝ ਸਾਨੂੰ ਚਾਹੀਦਾ ਉੱਥੇ ਪਹੁੰਚ ਗਿਆ ਸਾਡਾ, ਜੀ, ਜੀ, ਅਸੀਂ ਡਿਪਲੋਏ ਕਰ ਲਿਆ ਹੈ ਤੇ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਜੀ। ਪਰ ਫਿਰ ਵੀ ਅਕਲਮੰਦੀ ਆਹੀ ਹੈ ਕਿ ਜੇ ਇਹ ਮਸਲੇ ਅਸੀਂ ਸ਼ਾਂਤੀਪੂਰਵਕ ਪੀਸਫੁਲੀ ਸੋਲਵ ਕਰ ਲਈਏ, ਡਿਪਲੋਮੈਟਿਕ ਡਾਇਲੌਗ ਦੇ ਥਰੂ ਜਾਂ ਰਾਜਨੀਤਿਕ ਡਾਇਲੌਗ ਦੇ ਥਰੂ, ਤੇ ਇਹ ਸ਼ਾਇਦ ਫੋਰਨ ਮਿਨਿਸਟਰ ਦੀ ਲੈਵਲ ਦੀ ਗੱਲ ਹੋ ਜਾਏਗੀ ਜਾਂ ਪ੍ਰਧਾਨ ਮੰਤਰੀ ਤੱਕ ਵੀ ਇਹ ਪੁਆਇੰਟ ਖੜਾ ਹੋ ਸਕਦਾ ਹੈ। ਔਰ ਇਹ ਗੱਲਾਂ ਕਰ ਰਹੇ ਨੇ, ਹਮੇਸ਼ਾ ਕਰਦੇ ਰਹੇ ਨੇ ਕਿ ਅਸੀਂ ਆਪਣੀ ਬਾਉਂਡਰੀ ਦਾ ਇਹ ਜਿਹੜਾ ਮਸਲਾ ਹੈ ਇਹਨੂੰ ਹੱਲ ਕਰ ਦਈਏ ਤੇ ਫਿਰ ਅਸੀਂ ਅੱਗੇ ਵੱਧ ਸਕਦੇ ਹਾਂ। ਅਸੀਂ ਆਪਣੇ ਗਰੀਬ ਲੋਕਾਂ ਦਾ, ਦੋਨੋਂ ਦੇਸ਼ਾਂ ਦੇ ਗਰੀਬ ਲੋਕ ਨੇ, ਉਹਨਾਂ ਦਾ ਰਹਿਣ ਦਾ ਸਟੈਂਡਰਡ ਜਿਹੜਾ ਲਿਵਿੰਗ ਸਟੈਂਡਰਡ ਉਹ ਉੱਤੇ ਕਰਨ ਵਾਸਤੇ, ਉਹਨਾਂ ਨੂੰ ਸਹੂਲੀਅਤ ਦੇਣ ਵਾਸਤੇ ਅਸੀਂ ਫਿਰ ਉਧਰ ਧਿਆਨ ਦੇ ਸਕਦੇ ਹਾਂ। ਪਰ ਜਿਹੜਾ ਪੈਸਾ ਅਸੀਂ ਖਰਚ ਕਰ ਰਹੇ ਹਾਂ ਡਿਫੈਂਸ ਦੇ ਵਿੱਚ, ਇਹਦਾ ਮਤਲਬ ਇਹ ਹੀ ਹੋਣਾ ਹੈ ਕਿ ਇਹ ਕਿੱਥੋਂ ਨਾ ਕਿੱਥੋਂ ਆਏਗਾ। ਔਰ ਉਹਦੇ ਨਾਲ ਹੁਣ ਜਿਸ ਤਰ੍ਹਾਂ ਦੇਖ ਰਹੇ ਹਾਂ ਕਿ ਮੈਡੀਕਲ ਫੈਸਿਲਿਟੀ ਸਾਡੇ ਦੇਸ਼ ਵਿੱਚ ਕਾਫੀ ਘੱਟ ਸੀਗੀਆਂ, ਹੁਣ ਕੋਰੋਨਾ ਦੇ ਖਤਰੇ ਦੇ ਨਾਲ ਮੈਡੀਕਲ ਫੈਸਿਲਿਟੀਜ਼ ਕਿੰਨੀਆਂ ਅੱਛੀ ਹੋ ਰਹੀਆਂ ਨੇ, ਹਰ ਜਗ੍ਹਾ ਤੇ ਇਕੁਇਪਮੈਂਟ ਆ ਰਿਹਾ ਹੈ, ਕਿਟ ਆ ਰਹੀ ਹੈ, ਗੇਅਰ ਆ ਰਿਹਾ ਹੈ, ਮਾਸਕ ਆ ਰਹੇ ਨੇ। ਤੇ ਇਸ ਦਾ ਮਤਲਬ ਇਹੀ ਹੈ ਕਿ ਪ੍ਰੋਗਰੈਸ ਯਾਨੀ ਖੁਸ਼ਹਾਲੀ, ਕਾਮਯਾਬੀ ਤਾਂ ਹੀ ਆਏਗੀ ਜੇ ਅਸੀਂ ਆਪਣੇ ਬਾਰਡਰ ਦੇ ਮਸਲੇ ਹੱਲ ਕਰ ਲਈਏ, ਸ਼ਾਂਤੀਪੂਰਵਕ ਹੱਲ ਕਰ ਲਈਏ ਜਾਂ ਰਾਜਨੀਤਿਕ ਹੱਲ ਕਰ ਲਈਏ। ਜੀ, ਮਿਲਟਰੀ ਦਾ ਆਪਸ਼ਨ ਜਿਹੜਾ ਹੈ। ਲਾਸਟ ਸਵਾਲ ਆ, ਬੜਾ ਛੋਟਾ ਸੰਖੇਪ ਚ ਜਵਾਬ ਦੇਣਾ, ਟਾਈਮ ਸਾਡੇ ਕੋਲ ਥੋੜਾ। ਸਰ ਤੁਹਾਨੂੰ ਕੀ ਲੱਗਦਾਗਾ, ਕਿਹਾ ਜਾਂਦਾ ਰਾਜਨੀਤੀ ਚ ਨਾ ਕੋਈ ਪੱਕਾ ਦੋਸਤ ਹੁੰਦਾ ਨਾ ਦੁਸ਼ਮਣ, ਪਰ ਬਹੁਤ ਸਾਰੇ ਆਲੇ ਦੁਆਲੇ ਦੇ ਮੁਲਕ, ਨੇਪਾਲ ਵਰਗੇ ਮੁਲਕ ਜਿਹੜੇ ਛੋਟੇ ਛੋਟੇ ਮੁਲਕ ਨੇ, ਉਹ ਵੀ ਸਾਡੇ ਅਗੇਂਸਟ ਖੜੇ ਨੇ ਇਸ ਦੌਰ ਦੇ ਅੰਦਰ। ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕਿਉਂਕਿ ਵੱਖ-ਵੱਖ ਦੌਰਾਂ 'ਚ ਵੱਖ-ਵੱਖ ਰਣਨੀਤੀ ਰਹੀ ਆ, ਵਿਦੇਸ਼ ਨੀਤੀ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋਗੇ ਕਿ ਜਿਹੜੇ ਆਲੇ ਦੁਆਲੇ ਵਾਲੇ ਸਾਡੇ ਅਗੇਂਸਟ ਹੋਏ ਖੜੇ ਨੇ? ਦੇਖੋ ਜੀ, ਨੇਪਾਲ ਔਰ ਸਾਡਾ ਜਿਹੜਾ ਪ੍ਰੋਬਲਮ ਹੈਗਾ ਉਹ ਅੰਗਰੇਜ਼ਾਂ ਦੇ ਜ਼ਮਾਨੇ ਦਾ ਹੈਗਾ, ਉਹਨੂੰ ਅਸੀਂ ਹੱਲ ਕਰ ਸਕਦੇ ਹਾਂ ਡਾਇਲੌਗ ਦੇ ਨਾਲ, ਔਰ ਉਹਦਾ ਕੰਮ ਚੱਲ ਰਿਹਾ ਹੈ। ਮੈਨੂੰ ਉਮੀਦ ਹੈ ਕਿ ਸ਼ਾਂਤੀਪੂਰਵਕ ਹੋ ਜਾਏਗਾ ਇਹ ਕੰਮ। ਤੇ ਬਾਕੀ ਜਿਹੜੇ ਦੇਸ਼ ਨੇ, ਬੰਗਲਾਦੇਸ਼, ਬਰਮਾ, ਮਿਆਂਮਾਰ ਜਿਹੜਾ ਹੈਗਾ, ਜਾਂ ਹੋਰ ਆਸ-ਪਾਸ ਜਿਸ ਤਰ੍ਹਾਂ ਸ਼੍ਰੀਲੰਕਾ ਹੈਗਾ, ਜੀ, ਉਹਨਾਂ ਨਾਲ ਸਾਡੇ ਰਿਸ਼ਤੇ ਚੰਗੇ ਨੇ, ਕੋਈ ਐਸੀ ਗੱਲ ਨਹੀਂ। ਇਸ ਵੇਲੇ ਦੁਨੀਆ ਵਿੱਚ ਚੀਨ ਦੇ ਉੱਤੇ ਸਾਰਿਆਂ ਦੀ ਨਜ਼ਰ ਹੈ
ਚੀਨ ਦੇ ਨਾਲ ਸਿਰਫ ਪਾਕਿਸਤਾਨ ਔਰ ਕੋਰੀਆ ਜੋੜਿਆ ਜਾਂਦਾ ਹੈ, ਬਾਕੀ ਦੁਨੀਆ ਇੱਕ ਪਾਸੇ ਹੈ ਤੇ ਸਾਨੂੰ ਇਸ ਦਾ ਫਾਇਦਾ ਉਠਾਉਣਾ ਚਾਹੀਦਾ। ਅਮਰੀਕਾ ਨਾਲ ਦੋਸਤੀ ਜਿਹੜੀ ਹੈ ਹੋਰ ਕਰੀਬ ਕਰਨੀ ਚਾਹੀਦੀ, ਜਿਹਦੇ ਨਾਲ ਸਾਨੂੰ ਟੈਕਨੋਲੋਜੀ ਮਿਲੇ, ਜਿਹਦੇ ਨਾਲ ਸਾਨੂੰ ਹੋਰ ਜਿਹੜੀਆਂ ਸਾਡੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਹੋਣ, ਤਾਂ ਕਿ ਅਸੀਂ ਵੀ ਚੀਨ ਵਾਕਣ ਇੱਕ ਪਾਵਰ ਬਣ ਜਾਈਏ, ਜਿਸ ਤਰ੍ਹਾਂ ਚੀਨ ਨੇ ਫਾਇਦਾ ਉਠਾਇਆ ਸੀਗਾ ਅਮਰੀਕਾ ਦੇ ਤਰਫੋਂ ਮਦਦ ਲੈ ਕੇ। ਸਾਨੂੰ ਵੀ ਉਹੀ ਫਾਰਮੂਲਾ ਲਗਾਉਣਾ ਚਾਹੀਦਾ ਔਰ ਇੰਡੀਆ ਨੂੰ ਮਜ਼ਬੂਤ ਕਰਨਾ ਚਾਹੀਦਾ। ਟੈਕਨੋਲੋਜੀ ਆ ਜਾਏ, ਹਾਈ ਟੈਕਨੋਲੋਜੀ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ। ਅਸੀਂ ਜਿਹੜਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਕਿ ਅਸੀਂ ਆਤਮ ਨਿਰਭਰ ਹੋ ਜਾਈਏ, ਉਹ ਤਾਂ ਹੀ ਹੋ ਸਕਦਾ ਹੈ ਜੇ ਤੁਹਾਡੇ ਕੋਲ ਟੈਕਨੋਲੋਜੀ ਹੋਵੇ। ਬਿਲਕੁਲ ਜਨਰਲ ਜੇ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਇਹ ਆਪਣਾ ਕੀਮਤੀ ਟਾਈਮ ਦੇਣ ਦੇ ਲਈ। ਤੁਹਾਡਾ ਬਹੁਤ ਧੰਨਵਾਦ ਸਰ। ਸਾਡੇ ਨਾਲ ਗੱਲਬਾਤ ਕਰਨ ਲਈ ਇਹ ਸਨ ਜਨਰਲ ਜੇ ਸਿੰਘ, ਜਿਹੜੇ ਕਹਿ ਰਹੇ ਨੇ ਅਮਰੀਕਾ ਦੇ ਨਾਲ ਨਜ਼ਦੀਕੀਆਂ ਭਾਰਤ ਹੋਰ ਵਧਾਏਗਾ ਤਾਂ ਵਧੀਆ ਹੋਏਗਾ। ਚੀਨ ਆਈਸੋਲੇਟ ਹੋਇਆ ਤੇ ਭਾਰਤ ਨੂੰ ਅਮਰੀਕਾ ਨਾਲ ਆਪਣੀ ਨਜ਼ਦੀਕੀ ਵਧਾਉਣੀ ਚਾਹੀਦੀ ਹੈ। ਤਾਂ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਅੰਦਰ ਚੀਨ ਤੇ ਭਾਰਤ ਦਾ ਮਸਲਾ ਕਿੱਧਰ ਨੂੰ ਜਾਂਦਾ ਤੇ ਕੌਮਾਂਤਰੀ ਰਾਜਨੀਤੀ ਕਿੱਧਰ ਨੂੰ ਜਾਏਗੀ। ਤੁਸੀਂ ਦੇਖ ਰਹੇ ਸੀ ਪ੍ਰਾਈਮ ਟਾਈਮ। ਅੱਗੇ ਦੇਖੋ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ।